नेक्स्ट टॉपिक अपने को कंपोनेंट ऑफ ए फोर्स इन ए गिवन डायरेक्शन। कंपोनेंट ऑफ ए फोर्स इन गिवन डायरेक्शन। कंपोनेंट्स ए फोर्स ऑफ ए गिवन डायरेक्शन। चलो पहला जो आप ਹੁਣ तक ਕੀਤਾ ਉਹ ਕੀ ਕੀਤਾ ਵਾ ਕਿ ਆਪਾਂ ਨੂੰ ਟੂ ਫੋਰਸਸ ਗਿਵਨ ਸੀ, ਉਹਦਾ ਆਪਾਂ ਰਿਜ਼ਲਟੈਂਟ ਫਾਈਂਡ ਕਰਦੇ ਸੀ, ਰਿਜ਼ਲਟੈਂਟ ਦੀ ਡਾਇਰੈਕਸ਼ਨ ਫਾਈਂਡ ਕਰਦੇ ਸੀ। ਜੋ ਉਸ ਦਾ ਪ੍ਰੀਵੀਅਸ ਟੌਪਿਕ ਕੀਤਾ ਉਹ ਕੀ ਸੀ ਆਪਣੇ ਕੋਲੇ ਕਿ ਆਪਾਂ ਨੂੰ ਟੂ ਫੋਰਸਸ ਗਿਵਨ ਸੀ, ਆਪਾਂ ਉਹਦਾ ਕੀ ਫਾਈਂਡ ਕਰਤਾ ਸੀ, ਰਿਜ਼ਲਟੈਂਟ ਫਾਈਂਡ ਕਰਤਾ ਸੀ। ਹੁਣ ਆਪਾਂ ਰਿਜ਼ਲਟੈਂਟ ਤੋਂ ਦੋ ਫੋਰਸਸ ਫਾਈਂਡ ਕਰਨੀਆਂ ਨੇ। ਹੁਣ ਜੋ ਆਪਣੇ ਕੋਲ ਨੈਕਸਟ ਟੌਪਿਕ ਆ ਕੀ ਆ ਕੰਪੋਨੈਂਟਸ ਆਫ ਏ ਫੋਰਸ ਇਨ ਏ ਗਿਵਨ ਡਾਇਰੈਕਸ਼ਨ। ਹੁਣ ਮੀਨਸ ਆਪਾਂ ਨੂੰ ਇੱਕ ਸਿੰਗਲ ਫੋਰਸ ਗਿਵਨ ਆ, ਉਹਦੀਆਂ ਆਪਾਂ ਦੋ ਫੋਰਸਸ ਫਾਈਂਡ ਕਰਨੀਆਂ ਨੇ। ਮੀਨਸ ਰਿਜ਼ਲਟੈਂਟ ਨੂੰ ਦੋ ਪਾਰਟ 'ਚ ਡਿਵਾਈਡ ਕਰਨਾ, ਠੀਕ ਹੈ। ਕੰਪੋਨੈਂਟ ਆਫ ਏ ਫੋਰਸ ਇਨ ਏ ਗਿਵਨ ਡਾਇਰੈਕਸ਼ਨ। ਚਲੋ ਥਿਓਰਮ ਆਪਣੇ ਕੋਲੇ, ਚਲੋ ਦਾ ਮੈਗਨੀਟਿਊਡ ਆਫ ਕੰਪੋਨੈਂਟਸ P and Q of a given force are along the direction making angle alpha and beta with R respectively are given by P is equal to R sin beta by sin alpha plus beta and Q is equal to R sin alpha divided by sin alpha plus beta। मीन्स अपन की गिवन आ थ्योरम अपने को केड़ी थ्योरम है कंपोनेंट ऑफ ए फोर्स इन गिवन डायरेक्शन। अपने को स्टेटमेंट की आ थ्योरम दी द मैग्नीट्यूड ऑफ कंपोनेंट्स P एंड Q ऑफ ए गिवन फोर्स आर। सपोज कर लो आर कहंदा आर दे कितने कंपोनेंट्स आ रहे हैं, टू कंपोनेंट्स आ रहे हैं P एंड Q। आर दे कितने कंपोनेंट्स आ रहे हैं अपने को टू कंपोनेंट्स आ रहे हैं P एंड Q। मींस आर ਨੂੰ ਆਪਾਂ ਦੋ ਪਾਰਟ ਚ ਰੈਜ਼ੋਲੂਟ ਕਰਤਾ, ठीक है। चैप्टर का नाम ही सी कंपोजिशन एंड रेजोल्यूशन ऑफ कंकरेंट फोर्सेस कि ਜਾਂ ਤਾਂ ਦੋ ਫੋਰਸਸ ਤੋਂ ਆਪਾਂ ਸਿੰਗਲ ਰਿਜ਼ਲਟੈਂਟ ਫਾਈਂਡ ਕੀਤਾ ਪਹਿਲਾਂ, ਹੁਣ ਜਿਹੜਾ ਸਿੰਗਲ ਫੋਰਸ ਸੀ ਉਹਦੋਂ ਦੋ ਫੋਰਸਸ ਫਾਈਂਡ ਕਰਤੀਆਂ ਕਿ ਉਹਦੇ ਕੰਪੋਨੈਂਟਸ ਫਾਈਂਡ ਕਰਤੇ ਕਿ ਉਹ ਕਿਹੜੇ ਕਿਹੜੀ ਫੋਰਸ ਤੋਂ ਬਣੀ ਹੋਈ ਆ। ਕਹਿੰਦਾ ਕਿਵੇਂ ਫਾਈਂਡ ਹੋਣੇ ਆ, P ਤੇ Q ਜੇ ਦੋ ਕੰਪੋਨੈਂਟਸ ਨੇ ਕਿਹਦੇ ਗਿਵਨ ਫੋਰਸ R ਦੇ ਐਂਡ ਸਪੋਜ਼ ਕਰ ਲਓ ਕਿੰਨਾ ਐਂਗਲ ਮੇਕ ਕਰਦੇ ਆ, R ਨਾਲ ਅਲਫਾ ਤੇ ਬੀਟਾ ਐਂਗਲ ਮੇਕ ਕਰਦੇ ਆ ਰਿਸਪੈਕਟਿਵਲੀ। ਜਿਹੜਾ P ਕੰਪੋਨੈਂਟ ਆ ਉਹ R ਨਾਲ ਕਿੰਨਾ ਐਂਗਲ ਮੇਕ ਕਰ ਰਿਹਾ ਅਲਫਾ, ਜੋ ਕੰਪੋਨੈਂਟ Q ਆ ਉਹ R ਨਾਲ ਕਿੰਨਾ ਐਂਗਲ ਮੇਕ ਕਰ ਰਿਹਾ ਬੀਟਾ ਐਂਗਲ ਮੇਕ ਕਰ ਰਿਹਾ। ਦੈਨ P ਦੀ ਵੈਲਿਊ ਕਿਹਦੇ ਇਕੁਅਲ ਆ ਜੂਗੀ, ਕਹਿੰਦਾ R sin ਬੀਟਾ ਬਾਈ sin ਅਲਫਾ ਪਲੱਸ ਬੀਟਾ। Q ਦੀ ਵੈਲਿਊ ਕਿਹਦੇ ਇਕੁਅਲ ਆ ਜੂਗੀ R sin ਅਲਫਾ ਬਾਈ R sin ਅਲਫਾ ਬਾਈ sin ਅਲਫਾ ਪਲੱਸ ਬੀਟਾ। ਆਪਾਂ ਇਹ ਪ੍ਰੂਫ ਕਰਦੇ ਹਾਂ ਥਿਓਰਮ ਨੂੰ। सपोज कर लो लेट R be a force, let force R represented by completely OC। सपोज कर लो अपने को एक R force सी represented by OC। let force R be completely represented by OC। let OX and सपोज कर लो O पॉइंट से अपने को let OX and OY be given direction। सपोज कर लो दो given direction है जिहड़ियां R नाल कितना एंगल मेक कर रही ने अल्फा एंड बीटा एंगल मेक कर रही ने। सपोज कर लो अपने को आर की है सिंगल फोर्स आ जी गिवन फोर्स आ किदे लॉन्ग एक्ट कर रही है OC दे लॉन्ग एक्ट कर रही है, ठीक है। एक आप दो डायरेक्शन चूज कर ली जिहड़ियां आर नाल कितना एंगल मेक कर दी अल्फा एंड बीटा। OX डायरेक्शन चूज कर ली आर नाल कितना एंगल मेक कर रही है अल्फा, OY डायरेक्शन चूज कर ली आर नाल कितना एंगल मेक कर रही है बीटा। तो आपां की फाइंड करना वा, ਆਪਾਂ ਦੋ ਫੋਰਸਸ ਫਾਈਂਡ ਕਰਨੇ ਆ। ਵੀ ਹੈਵ ਟੂ ਫਾਈਂਡ ਟੂ ਫੋਰਸਸ P and Q along OX and OY respectively such that their resultant is R। ਕਿ ਉਹਨਾਂ ਦਾ ਰਿਜ਼ਲਟੈਂਟ ਕੀ ਬਣ ਜੇ R ਬਣ ਜੇ ਨਾ। ठीक है। आप दो डायरेक्शन से अपने को
ओ एक्स एंड ओ वाई ਆਪਾਂ ਇਹਨਾਂ ਡਾਇਰੈਕਸ਼ਨ ਦੇ ਲੌਂਗ ਕੀ ਫਾਈਂਡ ਕਰਨਾ ਦੋ ਫੋਰਸਸ ਫਾਈਂਡ ਕਰਨੀਆਂ P ਐਂਡ Q ਸੱਚ ਦੈਟ ਉਹਨਾਂ ਦਾ ਰਿਜ਼ਲਟੈਂਟ ਕੀ ਬਣ ਜੇ R ਬਣ ਜੇ we have to find two forces P and Q ਦੋ ਫੋਰਸਸ ਫਾਈਂਡ ਕਰਨੀਆਂ ਆਪਾਂ P and Q P ਕਿਹਦੇ ਲੌਂਗ ਆ OX ਦੇ ਲੌਂਗ ਫਾਈਂਡ ਕਰਨੀ ਆ Q ਕਿਹਦੇ ਲੌਂਗ ਫਾਈਂਡ ਕਰਨੀ ਆ OY ਦੇ ਕਿਵੇਂ ਫਾਈਂਡ ਕਰਨੀਆਂ ਨੇ ਕਿ ਇਹਨਾਂ ਦਾ ਰਿਜ਼ਲਟੈਂਟ ਕੀ ਆਉਣਾ ਚਾਹੀਦਾ R ਆਉਣਾ ਚਾਹੀਦਾ ਨਾ ਇਹੀ ਕਿਹਾ ਸੀ ਕਿ ਆਪਾਂ R ਨੂੰ ਦੋ ਪਾਰਟ 'ਚ ਡਿਵਾਈਡ ਕਰਨਾ ਕੰਪੋਨੈਂਟਸ ਫਾਈਂਡ ਕਰਨੇ R ਦੇ ਤਾਂ ਅਲੋਂਗ ਗਿਵਨ ਡਾਇਰੈਕਸ਼ਨ ਠੀਕ ਆ ਦੋ ਡਾਇਰੈਕਸ਼ਨ ਚੂਜ਼ ਕੀਤੀਆਂ ਉਹਦੇ ਲੌਂਗ ਆਪਾਂ ਕੀ ਚੂਜ਼ ਕਰ ਲਏ ਉਹਦੇ ਕੰਪੋਨੈਂਟ ਚੂਜ਼ ਕਰ ਲਏ ਹੁਣ ਆਪਾਂ ਇਹਨਾਂ ਦਾ ਕੀ ਫਾਈਂਡ ਕਰਨਾ ਵਾ ਮੈਗਨੀਟਿਊਡ ਫਾਈਂਡ ਕਰਨਾ ਵਾ ਹੁਣ ਆਪਾਂ ਇਹਨਾਂ ਦਾ ਕੀ ਫਾਈਂਡ ਕਰਨਾ ਵਾ ਮੈਗਨੀਟਿਊਡ ਫਾਈਂਡ ਕਰਨਾ ਆ ਪੈਰਲੋਗ੍ਰਾਮ ਕੰਪਲੀਟ ਕਰ ਲਿਓ OACD ਆਪਣੀ ਕੋਈ ਪੂਰੀ ਆ ਪੈਰਲੋਗ੍ਰਾਮ ਕੰਪਲੀਟ ਕਰ ਲਿਓ ਚਲੋ ਜੇ ਆ ਐਂਗਲ ਬੀਟਾ ਦਾ ਵੀ ਐਂਗਲ ਕਿੰਨਾ ਆ ਜਾਏਗਾ ਬੀਟਾ ਆ ਜਾਏਗਾ ਆ ਫੋਰਸ P ਆ ਵੀ P ਆ ਜਾਏਗੀ ਆ ਫੋਰਸ ਪੈਰਲਲ ਫੋਰਸਸ ਇਕੁਅਲ ਹੋ ਜਾਣਗੀਆਂ ਨਾ ਪੈਰਲੋਗ੍ਰਾਮ ਤੋਂ ਜੇ ਆ ਐਂਗਲ ਬੀਟਾ ਸੀ ਆ ਦੋ ਪੈਰਲਲ ਲਾਈਨ ਸੀ ਆ ਲਾਈਨ ਕੱਟ ਕਰ ਰਹੀ ਸੀ ਦੇਰਫੋਰ ਆ ਐਂਗਲ ਵੀ ਕੀ ਆ ਗਿਆ ਇਕੁਅਲ ਆ ਗਿਆ ਬੀਟਾ ਬਣ ਗਿਆ ਜੇ ਆ ਐਂਗਲ ਬੀਟਾ ਬਣ ਗਿਆ ਬਾਕੀ ਆ ਐਂਗਲ ਕਿੰਨਾ ਬਚ ਗਿਆ ਆ ट्रायंगल बन गई सी OAC आ एंगल पता अल्फा ओ एंगल पता बीटा आ एंगल कितना बन गया पाई माइनस अल्फा प्लस बीटा बन गया फिर इन ट्रायंगल OAC इन ट्रायंगल OAC इस ट्रायंगल च ਆਪਾਂ फाइंड कर लेने की फाइंड कर लेने साइन फार्मूला अप्लाई कर देने P किदे प्रोपोर्शनल आ जाएगा साइन बीटा दे Q किदे प्रोपोर्शनल आ जाएगा साइन अल्फा दे R किदे प्रोपोर्शनल आ जाएगा साइन पाई माइनस अल्फा प्लस बीटा दे ठीक है की कहंदा साइन फार्मूला ईच साइन इज प्रोपोर्शनल टू साइन ऑफ अपोजिट एंगल की कहंदा जे ਆਪਾਂ ਨੂੰ ट्रायंगल ਦੇ 3 एंगल्स पता लग जान तो साइन फार्मूला की कहंदा वा ईच साइड इज प्रोपोर्शनल टू साइन ऑफ अपोजिट एंगल P किदे प्रोपोर्शनल हो गया P ਦੇ अपोजिट एंगल ਕਿਹੜਾ ਪਿਆ बीटा साइन बीटा दे Q किदे प्रोपोर्शनल हो गया साइन अल्फा दे R किदे प्रोपोर्शनल हो गया पाई माइनस अल्फा प्लस बीटा दे तो इतों P की वैल्यू फाइंड कर दो P कितना आ गया R साइन बीटा ओवर साइन पाई माइनस थीटा कितना होंदा साइन थीटा इतों Q की वैल्यू भी फाइंड कर दो Q वैल्यू कितनी आ गई R साइन अल्फा अपॉन साइन अल्फा प्लस बीटा जे अपन की सी ते R अपन एक गिवन फोर्स से अपन दे दो कंपोनेंट फाइंड करे अलोंग टू गिवन डायरेक्शन डायरेक्शंस गिवन होनी चाहिए ने किदे नाल R ਦੇ ਨਾਲ ਕਿੰਨਾ ਕਿੰਨਾ ਐਂਗਲ ਮੇਕ ਡਾਇਰੈਕਸ਼ਨ ਕਿਵੇਂ ਫਾਈਂਡ ਗਿਵਨ ਆਪਾਂ ਨੂੰ ਕਿ ਜਿਹੜੇ ਦੋ ਕੰਪੋਨੈਂਟ ਆ ਉਹ R ਨਾਲ ਐਂਗਲ ਕਿੰਨਾ ਮੇਕ ਕਰ ਰਹੇ ਆ ਉਹ ਆਪਾਂ ਨੂੰ ਗਿਵਨ ਹੋਣੇ ਚਾਹੀਦੇ ਤਾਂ ਆਪਾਂ ਦੋ ਕੰਪੋਨੈਂਟਸ ਫਾਈਂਡ ਕਰ ਦਾਂਗੇ ਇਹਨੂੰ ਯਾਦ ਰੱਖਣ ਦਾ ਵੇ ਵੀ ਆ ਕਿ ਕੰਪੋਨੈਂਟ ਕਿਵੇਂ ਇੱਕ ਕੰਪੋਨੈਂਟ ਫਾਈਂਡ ਕਰੂੰਗਾ P ਜਿਹਦੇ ਇਕੁਅਲ ਆ ਸਾਈਨ ਆਫ ਐਂਗਲ ਬਿਟਵੀਨ R ਐਂਡ ਅਦਰ ਫੋਰਸ ਡਿਵਾਈਡਡ ਬਾਈ ਸਾਈਨ ਅਲਫਾ ਪਲਸ ਬੀਟਾ R ਆ ਜਿਹੜਾ ਅਲਫਾ ਐਂਗਲ ਆ ਕਿਹਦੇ ਸੀ ਜੇ Q ਫਾਈਂਡ ਕਰਨਾ साइन आ एंगल किदा आया वा P एंड R च कितना एंगल सी अल्फा ये सी अपने कोले कंपोनेंट्स ये सी अपने कोले कंपोनेंट्स नैक्सट आउंदा अपने कोले एक रिजॉल्व पार्ट आउंदा फिर नैक्सट आउंदे अपने कोले रिजॉल्व पार्ट नैक्सट अपने को रिजॉल्व पार्ट कंपोनेंट्स ते रिजॉल्व पार्ट्स डिफरेंस आ तुसी रिजॉल्व पार्ट्स नू कंपोनेंट कह सकते हो बट कंपोनेंट्स नू रिजॉल्व पार्ट नहीं कहना कंपोनेंट्स नू रिजॉल्व पार्ट नहीं कहना रिजॉल्व पार्ट्स नू कंपोनेंट कह सकते हो रिजॉल्व पार्ट्स की आ रिजॉल्व पार्ट ऑफ ए फोर्स रिजॉल्व पार्ट्स ऑफ ए फोर्स उमें ਆਪਾਂ ਗਿਵਨ ਫੋਰਸ ਨੂੰ ਦੋ ਪਾਰਟਸ ਡਿਵਾਈਡ ਕਰਨਾ ਪਹਿਲਾਂ ਅਸੀਂ ਕੰਪੋਨੈਂਟਸ ਫਾਈਂਡ ਕੀਤੇ ਹੁਣ ਆਪਾਂ ਫਾਈਂਡ ਕਰਦੇ ਹਾਂ ਰਿਜ਼ੋਲਵ ਪਾਰਟਸ ਚਲੋ ਰਿਜ਼ੋਲਵ ਪਾਰਟਸ ਕੀ ਆ ਦ ਕੰਪੋਨੈਂਟਸ ਆਫ ਏ ਗਿਵਨ ਫੋਰਸ ਕੀ ਡੈਫੀਨੇਸ਼ਨ ਆ ਕੰਪੋਨੈਂਟਸ ਆਫ ਏ ਗਿਵਨ ਫੋਰਸ ਅਲੋਂਗ ਟੂ ਪਰਪੈਂਡੀਕੂਲਰ ਡਾਇਰੈਕਸ਼ਨ ਆਰ ਕਾਲਡ ਰਿਜ਼ੋਲਵ ਪਾਰਟ ਆਫ ਏ ਫੋਰਸ ਇਨ ਦਾ given directions in those direction resolve part किया components of a force along to perpendicular direction
ਜੇ ਆਪਾਂ ਕੰਪੋਨੈਂਟਸ ਨੂੰ ਕਿਹਦੇ ਅਲੋਂਗ ਫਾਈਂਡ ਕਰਾਂਗੇ, ਪਰਪੈਂਡੀਕੂਲਰ ਡਾਇਰੈਕਸ਼ਨਸ ਦੇ ਅਲੋਂਗ ਫਾਈਂਡ ਕਰਾਂਗੇ ਤਾਂ ਉਹਨਾਂ ਨੂੰ ਆਪਾਂ ਕੀ ਬੋਲ ਦਾਂਗੇ, ਰਿਜ਼ੋਲਵ ਪਾਰਟਸ ਬੋਲ ਦਾਂਗੇ। ਤਾਂ ਜਿਹੜੇ ਕੰਪੋਨੈਂਟ ਆ ਉਹ ਕੀ ਬਣ ਜਾਂਦੇ ਆ, ਰਿਜ਼ੋਲਵ ਪਾਰਟ ਬਣ ਜਾਂਦੇ ਆ। ਠੀਕ ਆ, ਕੀ ਕਰਾਂਗੇ ਜੇ ਆਪਾਂ ਕੰਪੋਨੈਂਟਸ ਨੂੰ ਕਿਹਦੇ ਅਲੋਂਗ ਫਾਈਂਡ ਕਰਾਂਗੇ, ਟੂ ਪਰਪੈਂਡੀਕੂਲਰ ਡਾਇਰੈਕਸ਼ਨਸ ਦੇ ਅਲੋਂਗ ਫਾਈਂਡ ਕਰਾਂਗੇ ਤਾਂ ਉਹਨੂੰ ਆਪਾਂ ਕੀ ਬੋਲਦੇ ਆ, ਰਿਜ਼ੋਲਵ ਪਾਰਟਸ ਬੋਲਦੇ ਆ। ਚਲੋ ਆਪਾਂ ਫਾਈਂਡ ਕਰਦੇ ਆ, ਰਿਜ਼ੋਲਵ ਪਾਰਟ ਫਾਈਂਡ ਕਰੋ ਗਿਵਨ ਫੋਰਸ ਆਰ ਦੀ। ਠੀਕ ਹੈ, ਸਪੋਜ਼ ਕਰ ਲਓ ਆਪਣੇ ਕੋਲ ਵੀ ਗਿਵਨ ਫੋਰਸ ਆਰ, ਸਪੋਜ਼ ਕਰ ਲਓ ਆਪਣੇ ਕੋਲੇ OX ਐਂਡ OY ਕੀ ਆ ਹੁਣ ਟੂ ਪਰਪੈਂਡੀਕੂਲਰ ਡਾਇਰੈਕਸ਼ਨਸ ਨੇ। ਠੀਕ ਹੈ, ਅਲੋਂਗ ਟੂ ਪਰਪੈਂਡੀਕੂਲਰ ਡਾਇਰੈਕਸ਼ਨਸ, ਜਿਹੜੀ ਆ ਡਾਇਰੈਕਸ਼ਨਸ ਨੇ OX ਤੇ OY ਇਹ ਕੀ ਆ, ਪਰਪੈਂਡੀਕੂਲਰਸ ਨੇ। ਇਹਦੇ ਅਲੋਂਗ ਆਪਾਂ ਫਾਈਂਡ ਕਰਨਾ ਹੈ। ਚਲੋ ਆ ਪੈਰਲੋਗ੍ਰਾਮ ਕੰਪਲੀਟ ਕਰ ਲਿਓ, ਤੁਸੀਂ ਕਰ ਲਈ ਜਿਵੇਂ ਕੰਪਲੀਟ ਹੋ ਰਹੀ ਹੈ ਪੈਰਲੋਗ੍ਰਾਮ। ਠੀਕ ਹੈ, ਆਈ ਸਪੋਜ਼ ਕਰ ਲਓ OX ਦੇ ਅਲੋਂਗ ਕਿੰਨਾ ਕੰਪੋਨੈਂਟ ਆ P, OY ਦੇ ਅਲੋਂਗ ਕਿੰਨਾ ਕੰਪੋਨੈਂਟ ਆ। ਸਪੋਜ਼ ਕਰ ਲਿਓ ਆ ਐਂਗਲ ਕਿੰਨਾ ਆਪਣੇ ਕੋਲੇ ਅਲਫਾ ਵਾ। ਸਪੋਜ਼ ਕਰ ਲਿਓ ਆ ਐਂਗਲ ਆਪਣੇ ਕੋਲੇ ਕਿੰਨਾ ਵਾ, ਅਲਫਾ ਵਾ। ਤਾਂ ਦੂਸਰਾ ਐਂਗਲ ਕਿੰਨਾ ਬਚ ਜਾਏਗਾ, 90 ਮਾਈਨਸ ਅਲਫਾ ਬਚ ਜਾਏਗਾ। ਜੇ ਇੱਕ ਐਂਗਲ ਅਲਫਾ, ਦੂਸਰਾ ਐਂਗਲ ਕਿੰਨਾ ਬਚ ਜਾਣਾ ਆਪਣੇ ਕੋਲੇ, 90 ਮਾਈਨਸ ਅਲਫਾ ਬਚ ਜਾਣਾ। ਐਂਡ ਆ ਐਂਗਲ ਕਿੰਨਾ ਆ ਜਾਏਗਾ, ਆ ਐਂਗਲ ਕਿੰਨਾ ਆ ਜਾਏਗਾ, 90 ਬਚ ਜਾਏਗਾ। ਜੇ ਅਵਬ ਥਿਊਰਮ ਦਾ ਯੂਜ਼ ਕਰਨਾ, ਅਵਬ ਥਿਊਰਮ ਦਾ ਯੂਜ਼ ਕਰ ਲਿਓ। ਅਵਬ ਥਿਊਰਮ ਚ ਕੀ ਹੋ ਜਾਏਗਾ, ਜੇ ਤੁਸੀਂ ਉੱਪਰ ਵਾਲੀ ਚ ਅਲਫਾ ਪਲੱਸ ਬੀਟਾ ਕਿੰਨਾ ਬਣ ਜਾਏਗਾ, 90 ਬਣ ਜਾਏਗਾ ਨਾ। ਮੀਨਸ ਬੀਟਾ ਦੀ ਵੈਲਿਊ ਕਿੰਨੀ ਆ ਜਾਏਗੀ, 90 ਮਾਈਨਸ ਅਲਫਾ। ਉਹੀ ਕੀਤਾ ਆਪਾਂ ਇੱਥੇ ਵੀ। ਜੇ ਤੁਸੀਂ ਉੱਪਰ ਵਾਲੀ ਥਿਊਰਮ ਦਾ ਯੂਜ਼ ਕਰਨਾ, ਉਸੇ ਥਿਊਰਮ ਦਾ ਯੂਜ਼ ਕਰ ਲਿਓ। ਰਿਜ਼ੋਲਵ ਪਾਰਟ ਦਾ ਕੀ ਮੀਨਿੰਗ ਹੈ ਕਿ ਇਹਦੀ ਦੋ ਡਾਇਰੈਕਸ਼ਨਾਂ ਪਰਪੈਂਡੀਕੂਲਰ ਆ। ਮੀਨਸ ਅਲਫਾ ਪਲੱਸ ਬੀਟਾ ਕਿਹਦੇ ਇਕੁਅਲ ਆ, 90 ਦੇ ਇਕੁਅਲ ਆ। ਜਾਂ ਦੋ ਪਰਪੈਂਡੀਕੂਲਰ ਡਾਇਰੈਕਸ਼ਨ ਚੂਜ਼ ਕਰੋ, ਇੱਕ ਅਲਫਾ ਆਰ ਇੱਕ ਐਂਗਲ ਸਪੋਜ਼ ਕਰੋ ਅਲਫਾ, ਦੂਸਰਾ ਕਿੰਨਾ ਆ ਜਾਏਗਾ, 90 ਮਾਈਨਸ ਅਲਫਾ ਆ ਜਾਏਗਾ। ਫਿਰ ਐਜ਼ ਇਟ ਇਜ਼ OA BC ਆਪਾਂ ट्रायंगल OAB ਚ ਆਪਾਂ ਫੇਰ ਅਪਲਾਈ ਕਰ ਦਿੰਦੇ ਆ ਸਾਈਨ ਫਾਰਮੂਲਾ। ਸਾਈਨ ਕਿਹਦੇ P ਕਿਹਦੇ ਪ੍ਰਪੋਰਸ਼ਨਲ ਹੋ ਗਿਆ, P is proportional to sin 90 minus alpha। Q ਕਿਹਦੇ ਪ੍ਰਪੋਰਸ਼ਨਲ ਹੋ ਗਿਆ, sin alpha ਦੇ। R ਕਿਹਦੇ ਪ੍ਰਪੋਰਸ਼ਨਲ ਹੋ ਗਿਆ, 90 ਦੇ। sin 90 ਕਿੰਨਾ ਹੁੰਦਾ 1, sin 90 minus alpha ਕਿੰਨਾ ਹੁੰਦਾ, cos alpha। ਇਟ ਮੀਨਸ P ਦੀ ਵੈਲਿਊ ਕਿੰਨੀ ਹੈਗੀ, R cos alpha ਐਂਡ Q ਦੀ ਵੈਲਿਊ ਕਿੰਨੀ ਹੈਗੀ, R sin alpha। ਤਾਂ ਆਪਣੇ ਕੋਲੇ ਦੋ ਕੀ ਆ ਗਏ, ਰਿਜ਼ੋਲਵ ਪਾਰਟ ਆ ਗਏ। ਆਪਣੇ ਕੋਲ ਕੀ ਆ ਗਏ, ਰਿਜ਼ੋਲਵ ਪਾਰਟ ਆ ਗਏ। ਜੇ ਇੱਕ ਕੰਪੋਨੈਂਟ ਕਿੰਨਾ ਐਂਗਲ ਮੇਕ ਕਰ ਰਿਹਾ ਵਾ, ਅਲਫਾ ਐਂਗਲ ਮੇਕ ਕਰ ਰਿਹਾ। ਜਿਹੜਾ P ਕੰਪੋਨੈਂਟ ਸੀ ਜੋ ਕਿੰਨਾ ਐਂਗਲ ਮੇਕ ਕਰ ਰਿਹਾ, ਅਲਫਾ ਐਂਗਲ। ਠੀਕ ਹੈ, ਜਿਹੜਾ ਕੰਪੋਨੈਂਟ ਅਲਫਾ ਐਂਗਲ ਮੇਕ ਕਰ ਰਿਹਾ ਉਹ cos ਅਲਫਾ ਦੀ ਫਾਰਮ ਚ ਆ ਰਿਹਾ। ਦੇਖ ਲਓ, ਉਹ ਰਿਜ਼ੋਲਵ ਪਾਰਟ cos ਅਲਫਾ ਦੀ ਫਾਰਮ ਚ ਆਣਾ, ਔਰ ਦੂਸਰੇ ਵਾਲਾ sin ਦੀ ਫਾਰਮ ਚ ਆ ਜਾਣਾ। ਜਿਹਦੇ ਨਾਲ ਐਂਗਲ ਤੁਸੀਂ ਅਲਫਾ ਸਪੋਜ਼ ਕਰੋਗੇ ਉਹ ਕੰਪੋਨੈਂਟ cos ਦੀ ਫਾਰਮ ਚ ਆਉਣਾ। ਜੇ ਤੁਸੀਂ ਉੱਪਰ ਵਾਲਾ ਐਂਗਲ, ਆਹ ਵਾਲਾ ਐਂਗਲ ਕੀ ਰੱਖ ਲੈਂਦੇ, ਅਲਫਾ ਰੱਖ ਲੈਂਦੇ, ਥੱਲੇ ਵਾਲਾ ਕੀ ਆਣਾ ਸੀ, 90 ਮਾਈਨਸ ਅਲਫਾ। ਫਿਰ ਇਹ ਕੰਪੋਨੈਂਟਸ ਚੇਂਜ ਹੋਏ ਨੇ ਸੀ। ਫਿਰ Q cos ਅਲਫਾ ਆਉਣਾ ਸੀਗਾ ਤੇ ਜਿਹੜਾ P ਆ ਉਹ sin ਅਲਫਾ ਦੀ ਫਾਰਮ ਚ ਆ ਜਾਣਾ ਸੀਗਾ। ਯਾਦ ਰੱਖਿਓ ਕੰਪੋਨੈਂਟਸ ਕਿਵੇਂ ਇਹ, ਹਾਂ ਇਹ ਆਪਾਂ ਕੀ ਫਾਈਂਡ ਕੀਤੇ ਆ, ਰਿਜ਼ੋਲਵ ਪਾਰਟਸ ਫਾਈਂਡ ਕੀਤੇ ਆ। ਰਿਜ਼ੋਲਵ ਪਾਰਟਸ ਨੂੰ ਆਪਾਂ ਕੰਪੋਨੈਂਟਸ ਕਹਿ ਸਕਦੇ ਆ ਯਾਰ, ਬਟ ਕੰਪੋਨੈਂਟਸ ਨੂੰ ਰਿਜ਼ੋਲਵ ਪਾਰਟ ਨਹੀਂ ਕਹਿਣਾਗਾ। ਠੀਕ ਹੈ, ਕੰਪੋਨੈਂਟ ਰਿਜ਼ੋਲਵ ਪਾਰਟ ਕਦੋਂ ਬਣਦੇ ਆ, ਜਦੋਂ ਦੋ ਪਰਪੈਂਡੀਕੂਲਰ ਡਾਇਰੈਕਸ਼ਨ ਆ ਜਾਣ। ਚਲੋ ਜੀ, ਕਰੋਲਰੀਜ਼ ਤੁਸੀਂ ਰੀਡ ਕਰ ਲੈਣੀਆਂ ਨੇ। ਚਲੋ ਨੈਕਸਟ ਆ theorems of resolve parts। theorem of resolve parts। theorems of resolve parts। next ਆਪਣੇ ਕੋਲੇ theorem ਆ, theorem of resolve parts। ਚਲੋ theorem ਕੀ ਕਹਿ ਰਹੀ ਹੈ, theorem 4 ਆ ਇਹ। theorem ਕਹਿ ਰਹੀ ਆ the algebraic sum of resolve part of any two concurrent forces। statement read ਕਰੋ for theorem ਦੀ। the algebraic sum of
resolve part of any two concurrent forces along a given direction in their plane is equal to resolve part of their resultant along the same direction. The algebraic sum of resolve part of any two concurrent forces along a given direction in their plane is equal to the resolve part of their resultant along the same direction. की फाइंड करना रिजॉल्व अल्जेब्रिक सम फाइंड करना किदा रिजॉल्व पार्ट ऑफ टू कंकूरेंट फोर्सेस सपोज कर लो अपने कोले पी ते क्यू की ने दो कंकूरेंट फोर्सेस ने सपोज कर लो अपने कोले की आ पी एंड क्यू की अपने कोले टू कंकूरेंट फोर्सेस ने एक पी फोर्स आ दूसरी अपने कोले किहड़ी फोर्स आ क्यू फोर्स आ लेट पी एंड क्यू बी टू कंकूरेंट फोर्सेस कंप्लीटली रिप्रेजेंट्स बाय साइड्स ओ ए एंड ओ बी ऑफ पैरेललोग्राम सपोज कर लो आप ओ ए किहदे अलोंग एक्ट कर रही अलोंग द साइड्स ऑफ पैरेललोग्राम एंड सपोज कर लो आर उन्हां दा की आ रहा वा रिजल्टेंट आ रहा सपोज कर लो पी ते क्यू अपने कोले की सी दो कंकूरेंट फोर्सेस सी कंकूरेंट मीन सेम पॉइंट जड़ियां पास करदियां होण एंड ओ किहदे अलोंग एक्ट कर रही अलोंग द साइड्स ऑफ पैरेललोग्राम ओ ए एंड ओ बी एंड सपोज कर लो उन्हां दा रिजल्टेंट फिर किवें आ जाऊगा कंप्लीटली रिप्रेजेंटेड बाय द डायगोनल ओ सी पासिंग थ्रू दैट पॉइंट ना मीनस आपां पैरेललोग्राम ला लगाता सपोज कर लो एक अपने कोले गिवन डायरेक्शन आ सपोज कर लो अपने को गिवन डायरेक्शन आ ਉਹਦੇ परपेंडिकुलर डायरेक्शन आ वाई क्योंकि आप रिजॉल्व पार्ट की गल कर रहे हैं तो अपन दो परपेंडिकुलर डायरेक्शन चाहिए ने ना एक आप ओ एक्स डायरेक्शन चूज कर ली एक आप ओ वाई डायरेक्शन चूज कर ली जिथे अपनी कोई रिजॉल्व पार्ट की गल होएगी उत्थे दो परपेंडिकुलर डायरेक्शनस आउणगियां तो आप दो परपेंडिकुलर डायरेक्शनस चूज कर लिया ओ एक्स एंड ओ वाई सपोज कर लो जो पी आ वो कितना एंगल मेक कर रहा अल्फा ना ओ एक्स एक्सिस नाल अल्फा ਜਿਹੜਾ क्यू आ वो कितना एंगल मेक कर रहा बीटा एंड जो आर आ वो कितना एंगल मेक कर रहा वा थीटा एंगल मेक कर रहा क्योंकि आप फोर्सेस के रिजॉल्व पार्ट फाइंड करने थ्योरम ध्यान नाल स्टेटमेंट रीड करियो द अलजेब्राइक सम ऑफ रिजॉल्व पार्ट ऑफ हरेक फोर्स का आप रिजॉल्व पार्ट फाइंड करना अलजेब्रिक सम ऑफ रिजॉल्व पार्ट ऑफ फोर्सेस पी एंड क्यू जो पी ते क्यू का रिजॉल्व पार्ट आ इन ए गिवन डायरेक्शन किहदे इक्वल आ रिजॉल्व पार्ट ऑफ देयर रिजल्टेंट इन दैट डायरेक्शन जे आप एक्स के लॉन्ग फाइंड किए रिजॉल्व पार्ट पी ते क्यू के रिजॉल्व पार्ट आउणगे जिहड़े उन्हां दा सम किहदे इक्वल होगा आर के रिजॉल्व पार्ट के इक्वल आउणा अलॉन्ग एक्सिस सिमिलरली जे वाई एक्सिस के लॉन्ग आप फाइंड कर लांगे तो जिहड़ा आर का रिजॉल्व पार्ट वाई एक्सिस के लॉन्ग आना उन्हां दे सम के इक्वल आ जाएगा ना तो आप कोआर्डीनेट्स फाइंड कर दिए ए बी सी के कोआर्डीनेट्स जेड़ा ए आ वो कितना एंगल मेक कर रहा सी जेड़ा ए आ पी फोर्स सी अपने को अलोंग ओ ए दे कोआर्डीनेट्स पता लग गए क्योंकि आप एंगल सपोज कर रहे पी ने कितना एंगल मेक करना वा अल्फा तो ए दे कोआर्डीनेट्स की आ गए पी कॉस अल्फा पी साइन अल्फा एंड सी दे आर कॉस थीटा आर साइन थीटा क्यू दे सॉरी बी दे क्यू कॉस बीटा क्यू साइन अल्फा आप हरेक दे कोआर्डीनेट लिखते ना हरेक फोर्स अपन एंगल मेक कर रही सी एक्स एक्सिस ने कितना अल्फा थीटा एंड बीटा तो फिर आप पैरेललोग्राम की प्रॉपर्टी अप्लाई करते हैं पैरेललोग्राम की प्रॉपर्टी आ कि जेडे पैरेललोग्राम दे जिवें पहलां भी आप पैरेललोग्राम ला च अप्लाई किया जो पैरेललोग्राम के डायगोनल आ वो एक दूसरे को की करते हैं बाइसैक्ट करते हैं या कोइंसाइड करते हैं मीनस उन्होंने मिड पॉइंट की हो जाएगा सेम हो जाएगा इट मीनस मिड पॉइंट ऑफ ओसी की इक्वल आ जाएगा मिड पॉइंट ऑफ ए बी ठीक है पैरेललोग्राम की प्रॉपर्टी है कि डायगोनल की करने कोइंसाइड करने मीनस उन्हें मिड पॉइंट सेम होंगे फिर ओसी का मिड पॉइंट ओसी लीजिए हाँ ਉਹਦੇ ਕੀ ਕੋਆਰਡੀਨੇਟਸ ਹੋਣਗੇ 0 0 OC ਦਾ ਮਿਡ ਪੁਆਇੰਟ ਫਾਈਂਡ ਕਰ ਦਿਓ ਕੀ ਆ ਗਿਆ 0 r cos θ/2 0 r sin θ/2 इज इक्वल टू AB ਦਾ ਮਿਡ ਪੁਆਇੰਟ ਦੇਖੋ ਕੀ ਆਏਗਾ AB ਦਾ ਮਿਡ ਪੁਆਇੰਟ ਕੀ ਆਏਗਾ P cos α + Q cos
बीटा बाई 2 कॉमा पी साइन अल्फा प्लस क्यू साइन बीटा होना सीखी ना बीटा बाई 2 दोनों सेम आ दोनों के कॉरस्पॉन्डिंग पॉइंट्स भी सेम होंगे तो अपने को की आ जाएगा इतों आर कॉस थीटा कितने इक्वल आ जाएगा पी कॉस अल्फा प्लस क्यू कॉस बीटा एंड आर साइन थीटा कितने इक्वल आ जाएगा पी साइन अल्फा प्लस क्यू साइन बीटा आप प्रूफ करना आइए आप प्रूफ करना सी कि अलजेब्रिक सम ऑफ रिजॉल्व पार्ट ऑफ फोर्सेस P एंड Q अलोंग एनी डायरेक्शन इज इक्वल टू रिजॉल्व पार्ट ऑफ देयर रिजल्टेंट आ देखो प्रूफ करता जे आप P दे रिजॉल्व पार्ट की गल करिए अलोंग एक्स एक्सिस P का अलोंग एक्स एक्सिस रिजॉल्व पार्ट की होना सी P एंगल में कर अल्फा तो P का रिजॉल्व पार्ट कितना होना सी P cos अल्फा पिछली थ्योरम तो ना रिजॉल्व पार्ट P का रिजॉल्व पार्ट की होना सी P cos अल्फा क्यू का रिजॉल्व पार्ट कितना होना सी क्यू cos बीटा अलोंग एक्स एक्सिस दोनों का सम अलजेब्रिक सम किहदे इक्वल आ गया रिजॉल्व पार्ट ऑफ देयर रिजल्टेंट अलोंग दैट डायरेक्शन केड़ी एक्स एक्सिस अलोंग जे गल करिए ठीक है P एक्स एक्सिस ने कितना एंगल मेक कर रहा सी अल्फा मेक कर रहा सी क्यू कितना मेक कर रहा सी बीटा उन्हां दे रिजॉल्व पार्ट की होने सी P का कितना होना सी P cos अल्फा क्यू का कितना होना सी क्यू cos बीटा वो आ गए उन्हां दा अलजेब्रिक सम फाइंड कीता वो सम किहदे इक्वल होना चाहिए सी रिजॉल्व पार्ट ऑफ रिजल्टेंट कितना एंगल मेक कर रहा थीटा रिजल्टेंट दा एक्स एक्सिस अलोंग कितना रिजॉल्व पार्ट होना cos थीटा आ गया P cos अल्फा प्लस Q cos बीटा किहदे इक्वल आ गया R cos थीटा दे इक्वल आ गया की आ गया इथों रिजॉल्व पार्ट ऑफ अलजेब्रिक सम ऑफ फोर्सेस अलोंग अ गिवन डायरेक्शन इज इक्वल टू रिजॉल्व पार्ट ऑफ देयर रिजल्टेंट इन दैट डायरेक्शन उसे डायरेक्शन जी जे तुसी डायरेक्शन y ਦੀ ਗੱਲ ਕਰ ਲੋਗੇ ਹੁਣ y ਦੇ ਨਾਲ ਐਂਗਲ ਚੇਂਜ ਹੋ ਜਾਣਾ ਹੈ ਨਾ ਉਵੇਂ P ਦਾ y ਦੇ ਨਾਲ ਕਿੰਨਾ ਰਿਜ਼ੋਲਵ ਪਾਰਟ ਆਉਣਾ ਸੀ P sin ਅਲਫਾ Q ਦਾ ਕਿੰਨਾ ਆਉਣਾ ਸੀ Q sin ਬੀਟਾ ਉਹਨਾਂ ਦਾ ਸਮ ਫਾਈਂਡ ਕੀਤਾ और रिजल्टेंट ਦੇ ਰਿਜ਼ੋਲਵ ਪਾਰਟ ਦੇ ਇਕੁਅਲ ਆ ਗਿਆ ਹਾਂ ਰਿਜ਼ਲਟੈਂਟ ਦਾ ਰਿਜ਼ੋਲਵ ਪਾਰਟ ਕਿੰਨਾ ਆਇਆ ਸੀ R sin ਥੀਟਾ ਤਾਂ ਆਪਣੇ ਕੋਲੇ ਥਿਓਰਮ ਪ੍ਰੂਫ ਹੋ ਗਈ ਇਹ ਕਿਸੇ ਆਪਣੇ ਕੋਲੇ ਥਿਓਰਮ ਕੀ ਹੋ ਗਈ ਇਹ ਪ੍ਰੂਫ ਹੋ ਗਈ ਹੁਣ ਇਹ ਥਿਓਰਮ ਨੂੰ ਆਪਾਂ ਜਨਰਲਾਈਜ਼ ਵੀ ਕਰ ਸਕਦੇ ਹਾਂ ਇਹ ਤਾਂ ਆਪਾਂ ਦੋ ਫੋਰਸਸ ਦੀ ਗੱਲ ਕੀਤੀ ਸੀ ਤੇ R ਉਹਨਾਂ ਦਾ ਕੀ ਸੀ ਰਿਜ਼ਲਟੈਂਟ ਸੀ ਠੀਕ ਹੈ ਇਹਦਾ ਦੋ ਫੋਰਸਸ ਦੀ ਗੱਲ ਕੀਤੀ ਆ R ਉਹਨਾਂ ਦਾ ਕੀ ਸੀ ਆਪਣੇ ਕੋਲੇ ਰਿਜ਼ਲਟੈਂਟ ਸੀਗਾ ਹੁਣ ਦੋ ਫੋਰਸ ਦੀ ਜਗ੍ਹਾ ਆਪਣੇ ਕੋਲੇ ਬਹੁਤ ਸਾਰੀਆਂ ਫੋਰਸਸ ਵੀ ਹੋ ਸਕਦੀਆਂ ਨੇ ਦੋ ਫੋਰਸਸ ਦੀ ਜਗ੍ਹਾ ਆਪਣੇ ਕੋਲ ਜਿਵੇਂ ਇੱਥੇ P ਤੇ Q ਦੋ ਫੋਰਸਸ ਸੀ ਇਹਦੀ ਜਗ੍ਹਾ ਆਪਣੇ ਕੋਲੇ 3 4 5 6 ਜਿੰਨੀਆਂ ਮਰਜ਼ੀ ਫੋਰਸਸ ਹੋ ਸਕਦੀਆਂ ਨੇ ਤਾਂ ਇਹ ਥਿਓਰਮ ਐਕਸਟੈਂਡ ਹੋ ਜਾਣੀ ਆ ਤੁਸੀਂ ਕਰ ਲੈਣਾ ਐਕਸਟੈਂਡਡ ਪਾਰਟ ਇਹਦਾ एक्सटेंड हो गया थ्योरम की कहती है कि अलजेब्रिक सम ऑफ एनी नंबर ऑफ कंकूरेंट फोर्सेस अलजेब्रिक सम ऑफ एनी नंबर ऑफ कंकूरेंट फोर्सेस एंड अलजेब्रिक सम ऑफ रिजॉल्व पार्ट ऑफ एनी नंबर ऑफ कंकूरेंट फोर्सेस इत्थे दो सी आपां हुण एनी नंबर ऑफ कहता अलजेब्रिक सम ऑफ रिजॉल्व पार्ट ऑफ एनी नंबर ऑफ कंकूरेंट फोर्सेस along a given direction is equal to resolve part of their resultant is equal to resolve part of their resultant ਕੀ ਹੈ ਇਹਦਾ ਨੈਕਸਟ ਪਾਰਟ ਕਿ ਜੇ ਆਪਾਂ ਨੂੰ ਬਹੁਤ ਸਾਰੀਆਂ ਰਿਜ਼ੋਲਵ ਪਾਰਟ ਦੀ ਗੱਲ ਕਰ ਰਿਹਾ ਜਦੋਂ ਆਪਣੇ ਕੋਲੇ ਤਾਂ ਦੋ ਪਰਪੈਂਡੀਕੂਲਰ ਡਾਇਰੈਕਸ਼ਨ ਜ਼ਰੂਰ ਚਾਹੀਦੀਆਂ ਨੇ ਆਪਣੇ ਕੋਲੇ ठीक है जो रिजॉल्व पार्ट की आप गल करनी है अपने को दो परपेंडिकुलर डायरेक्शंस चाहिए ने सपोज कर लो अपने को दो परपेंडिकुलर डायरेक्शन सी हुण की है एनी नंबर ऑफ कंकूरेंट फोर्सेस ने ना बहुत सारिया कंकूरेंट फोर्सेस है F1 पई है F2 पई है F3 पई है F4 पई है F5 पई है जिन्नियां मर्जी फोर्स है एनी नंबर ऑफ कंकूरेंट फोर्सेस नहीं ना की कह रहा इन्हां दे अलजेब्रिक सम फाइंड करने अलोंग आ गिवन डायरेक्शन सपोज कर लो एक्स एक्सिस अलोंग फाइंड करना हो भी तुसीं सपोज कर लो F1 कितना एंगल मेक कर रहा अल्फा 1 F2 कितना एंगल मेक कर रहा अल्फा 2 F3 कितना एंगल मेक कर रहा अल्फा 3 F4 अल्फा 4 F5 कितना एंगल मेक कर रहा अल्फा 4 अलोंग एक्स एक्सिस ना
ਤਾਂ ਕਹਿੰਦਾ ਐਂਡ ਸਪੋਜ਼ ਕਰ ਲਿਓ ਆਰ ਇਹਨਾਂ ਦਾ ਕੀ ਆ ਰਿਹਾ, ਰਿਜ਼ਲਟੈਂਟ ਆ ਰਿਹਾ। ਐਂਡ ਸਪੋਜ਼ ਕਰ ਲਿਓ ਆਰ ਇਹਨਾਂ ਦਾ ਕੀ ਆ ਰਿਹਾ, ਰਿਜ਼ਲਟੈਂਟ। ਐਂਡ ਰਿਜ਼ਲਟੈਂਟ ਐਕਸ ਐਕਸਿਸ ਨਾਲ ਕਿੰਨਾ ਐਂਗਲ ਮੇਕ ਕਰ ਰਿਹਾ, ਜੋ ਗਿਵਨ ਡਾਇਰੈਕਸ਼ਨ ਆ ਥੀਟਾ ਐਂਗਲ ਮੇਕ ਕਰ ਰਿਹਾ। ਦੈਨ ਕੀ ਕਹਿੰਦਾ ਅਲਜਬਰਿਕ ਸਮ ਆਫ ਰਿਜ਼ੋਲਵ ਪਾਰਟ ਆਫ ਫੋਰਸਸ, ਹਰੇਕ ਫੋਰਸ ਦਾ x ਦੇ ਲੌਂਗ ਰਿਜ਼ੋਲਵ ਪਾਰਟ ਫਾਈਂਡ ਕਰੋ। ਜਿਹਦੇ ਨਾਲ ਐਂਗਲ ਮੇਕ ਕਰਦਾ ਉਹਦੇ ਨਾਲ cos ਵਾਲਾ ਪਾਰਟ ਆਉਂਦੇ ਆ, ਜਿਹਦੇ ਨਾਲ ਐਂਗਲ ਨਹੀਂ ਮੇਕ ਹੁੰਦਾ ਉਹਦੇ ਨਾਲ sin ਵਾਲਾ ਪਾਰਟ ਆਉਣਾ ਨਾ। ਹੁਣ ਜੇ ਆਪਾਂ x ਐਕਸਿਸ ਨਾਲ OX ਨਾਲ ਐਂਗਲ ਸਪੋਜ਼ ਕੀਤੇ ਤਾਂ ਇਹਦੇ ਨਾਲ ਕੀ ਆਉਣੇ ਆ, ਕੋਸਾਈਨ ਵਾਲੇ ਕੰਪੋਨੈਂਟਸ ਆਉਣੇ ਆ, ਰਿਜ਼ੋਲਵ ਪਾਰਟ ਆਉਣੇ ਆ। ਚਲੋ f ਦਾ ਰਿਜ਼ੋਲਵ ਪਾਰਟ ਕਿੰਨਾ ਹੈ ਨਾ, f1 cos α1, ਉਹਨਾਂ ਦਾ ਸਮ ਫਾਈਂਡ ਕਰਦੇ ਨੇ। f2 ਦਾ ਰਿਜ਼ੋਲਵ ਪਾਰਟ ਕਿੰਨਾ ਹੈ ਨਾ, f2 cos α2, f3 ਦਾ f3 cos α3 ਅਪ ਟੂ ਸੋ ਔਨ। ਫਿਰ ਉਹ ਕੀ ਕਹਿੰਦੀ ਆ, ਅਲਜਬਰਿਕ ਸਮ ਆਫ ਰਿਜ਼ੋਲਵ ਪਾਰਟ ਆਫ ਫੋਰਸਸ ਐਨੀ ਨੰਬਰ ਆਫ ਕੰਕਰੈਂਟ ਫੋਰਸਸ along any direction is equal to resolve part of their result. Similarly sin वाला मेरा r sin थीटा आ जाएगा, वो किधर इक्वल आ जाएगा, f1 sin α1 f2 sin α2 up to so। ਥਿਊਰਮ ਤੁਸੀਂ ਕਰ ਲੈਣੇ ਆ, ਇਹ ਬਾਈ ਇੰਡਕਸ਼ਨ ਹੀ ਕੀਤਾ ਹੋਏਗਾ, ਦੇਖ ਲਿਓ। क्वेश्चंस करते हैं आप कंपोनेंट्स एंड जो रिजॉल्व पार्ट वाली थ्योरम की ਉਹਦੇ ਨਾਲ ਰਿਲੇਟਡ क्वेश्चन करते हैं। ਕੀ ਕਹਿ ਰਿਹਾ, ਚਲੋ फर्स्ट क्वेश्चन करते हैं। फाइंड द मैग्नीट्यूड ऑफ ए कंपोनेंट ऑफ ए फोर्स 50 न्यूटन making angle 30 degree and 60 degree with it on opposite sides. Find magnitude of the components of a force 50 Newton। ਕਿਹੜੀ ਫੋਰਸ ਦੇ ਕੰਪੋਨੈਂਟ ਫਾਈਂਡ ਕਰਨੇ ਆ, 50 ਨਿਊਟਨ ਦੇ ਕੰਪੋਨੈਂਟਸ ਫਾਈਂਡ ਕਰਨੇ ਆ। ਮੇਕਿੰਗ ਐਂਗਲ 30 ਡਿਗਰੀ ਐਂਡ 60 ਡਿਗਰੀ ਵਿਦ ਇਟ ਔਨ ਆਪੋਜ਼ਿਟ ਸਾਈਡ। ਜਿਹੜੇ 50 ਨਾਲ ਕਿੰਨੇ ਐਂਗਲ ਮੇਕ ਕਰਦੇ ਆ, 30 ਤੇ 60 ਐਂਗਲ ਮੇਕ ਕਰਦੇ ਆ। ਸਪੋਜ਼ ਕਰ ਲਓ ਆ ਆਪਣੇ ਕੋਲੇ ਕੀ ਆ, 50 ਨਿਊਟਨ ਫੋਰਸ ਆ, ਆਪਾਂ ਦੋ ਕੰਪੋਨੈਂਟਸ ਫਾਈਂਡ ਕਰਨੇ ਇਹਦੇ। ਸਪੋਜ਼ ਕਰ ਲਓ P ਤੇ Q ਕੀ ਆ, ਦੇ ਟੂ ਕੰਪੋਨੈਂਟਸ ਨੇ। ਉਹ ਕਿੰਨਾ ਐਂਗਲ ਮੇਕ ਕਰ ਰਿਹਾ ਇਹਦੇ ਨਾਲ, ਇੱਕ 30 ਐਂਗਲ ਮੇਕ ਕਰ ਰਿਹਾ, ਇੱਕ ਕਿੰਨਾ ਮੇਕ ਕਰ ਰਿਹਾ ਵਾ, 60 ਐਂਗਲ ਮੇਕ ਕਰ ਰਿਹਾ ਵਿਦ ਇਟ ਔਨ ਆਪੋਜ਼ਿਟ ਸਾਈਡ ਨਾ। ਠੀਕ ਹੈ, ਦੋ ਕੰਪੋਨੈਂਟਸ ਫਾਈਂਡ ਕਰਨੇ ਆ। ਸਪੋਜ਼ ਕਰ ਲਿਓ P ਐਂਡ Q ਕੀ ਆਪਣੇ ਕੋਲੇ ਟੂ ਕੰਪੋਨੈਂਟਸ ਨੇ ਕਿਹਦੇ, 50 ਨਿਊਟਨ ਦੇ। ਠੀਕ ਹੈ, ਫਾਈਂਡ ਦਾ ਮੈਗਨੀਟਿਊਡ ਐਂਡ ਮੈਗਨੀਟਿਊਡ ਆਫ ਕੰਪੋਨੈਂਟਸ ਆਫ ਫੋਰਸ ਆਫ 50 ਨਿਊਟਨ। ਜੋ 50 ਨਿਊਟਨ ਆ ਉਹਦੇ ਆਪਾਂ ਕੀ ਫਾਈਂਡ ਕਰਨੇ ਆ, ਕੰਪੋਨੈਂਟਸ ਫਾਈਂਡ ਕਰਨੇ ਆ, ਜਿਹੜੇ ਉਹਦੇ ਨਾਲ ਕਿੰਨਾ ਐਂਗਲ ਮੇਕ ਕਰ ਰਿਹਾ, 30 ਐਂਡ 60 ਐਂਗਲ ਮੇਕ ਕਰ ਰਹੇ ਆ। 30 ਐਂਡ 60 ਐਂਗਲ ਮੇਕ ਕਰ ਰਹੇ ਆ। ਤਾਂ ਚਲੋ ਕੰਪੋਨੈਂਟਸ ਫਾਈਂਡ ਕਰ ਦਿਓ। ਆ P ਕੇ ਮੀਨਸ ਆਪਾਂ ਨੂੰ R ਗਿਵਨ ਆ ਨਾ, R ਕਿੰਨਾ ਗਿਵਨ ਆ, 50 ਨਿਊਟਨ ਗਿਵਨ ਸੀ, ਉਹਦੇ ਦੋ ਕੰਪੋਨੈਂਟਸ ਫਾਈਂਡ ਕਰਨੇ ਸੀ ਆਪਾਂ, P ਐਂਡ Q। ਚਲੋ ਹੁਣ ਤੁਹਾਨੂੰ ਵੈਸੇ ਪਤਾ ਲੱਗ ਗਿਆ ਕੰਪੋਨੈਂਟਸ ਇੱਥੇ ਰਿਜ਼ੋਲਵ ਪਾਰਟ ਹੀ ਆ, ਕਿਉਂਕਿ ਦੋਨਾਂ ਦਾ ਸਮ ਕਿੰਨਾ ਵਾ, 90 ਪਿਆ ਵਾ। ਜਿਹੜੇ ਦੋਨੋਂ ਕੰਪੋਨੈਂਟਸ ਆ ਉਹ ਕਿੱਥੇ ਕਿੰਨੇ ਐਂਗਲ ਦੇ ਪਏ ਆ, ਰਾਈਟ ਐਂਗਲ ਦੇ ਪਏ ਨਾ, ਮੀਨਸ ਆਪਾਂ ਰਿਜ਼ੋਲਵ ਪਾਰਟ ਫਾਈਂਡ ਹੋ ਰਿਹਾ ਇਸ ਕੇਸ 'ਚ। ਤਾਂ ਲਿਖ ਦਿਓ ਆਪਣੇ ਕੋਲੇ P ਕਿਹਦੇ ਇਕੁਅਲ ਆ ਜਾਏਗਾ ਫਿਰ, R ਦੀ ਵੈਲਿਊ ਕਿੰਨੀ ਹੈ, 50 sin 60, ਸਾਈਨ ਆਫ ਆਪੋਜ਼ਿਟ ਐਂਗਲ sin 30 ਪਲੱਸ 60 ਨਾ। Q ਕਿੰਨਾ ਆ ਜਾਏਗਾ, 50 sin 30 upon sin 30 plus 60। ਠੀਕ ਆ, ਅਲਫਾ ਗਿਵਨ ਸੀ, ਅਲਫਾ ਕਿੰਨਾ ਹੈ 30, ਬੀਟਾ ਆਪਾਂ 60 ਸਪੋਜ਼ ਕੀਤਾ, ਫਾਰਮੂਲੇ ਪੁੱਟ ਕੀਤਾ, ਆਪਣੇ ਕੋਲੇ ਦੋਨੋਂ ਕੀ ਆ ਗਏ, ਕੰਪੋਨੈਂਟਸ ਆ ਗਏ। ਠੀਕ ਹੈ, ਇਹਨਾਂ ਦੀਆਂ ਵੈਲਿਊਜ਼ ਫਾਈਂਡ ਕਰ ਦਿਓ, ਕੀ ਆਉਣਗੀਆਂ P ਐਂਡ Q ਦੀਆਂ, ਇਹੀ ਆਪਾਂ ਫਾਈਂਡ ਕਰਨੀਆਂ ਸੀ। नेक्स्ट देखो थर्ड क्वेश्चन, a given force R is first third ਦਾ first part देखो, given force R is resolved into two component inclined at 45 and alpha। if the later component is of magnitude under root 2 by 3 R, find alpha and magnitude of other component। ਚਲੋ ਸਟੇਟਮੈਂਟ ਧਿਆਨ ਨਾਲ ਰੀਡ ਕਰੋ।
ਆ ਗਿਵਨ ਫੋਰਸ ਆਰ ਇਜ਼ ਰਿਜ਼ੋਲਵ ਇਨਟੂ ਟੂ ਕੰਪੋਨੈਂਟਸ। ਕਹਿੰਦਾ ਆਰ ਨੂੰ ਦੋ ਪਾਰਟਸ ਰਿਜ਼ੋਲਵ ਕਰਤਾ। ਰਿਜ਼ੋਲਵ ਪਾਰਟ ਦੀ ਗੱਲ ਕਰ ਰਿਹਾ ਹੁਣ ਦੇਖੋ। ਇਨਕਲਾਈਨਡ ਐਟ 45 ਐਂਡ ਅਲਫਾ ਇਫ ਦਾ ਲੇਟਰ ਕੰਪੋਨੈਂਟ ਇਜ਼ ਆਫ ਮੈਗਨੀਟਿਊਡ 2/√2/3 ਆਰ। ਜਿਹੜਾ ਲੇਟਰ ਕੰਪੋਨੈਂਟ ਆ ਅਲਫਾ ਵਾਲਾ ਜਿਹੜਾ ਕੰਪੋਨੈਂਟ ਆ, ਲੇਟਰ ਮੀਨਸ ਦੋ ਕੰਪੋਨੈਂਟ ਗਿਵਨ ਆ, ਇੱਕ 45 ਤੇ ਇੱਕ ਅਲਫਾ ਤੇ। ਲੇਟਰ ਮੀਨਸ ਜਿਹੜਾ ਅਲਫਾ ਵਾਲਾ ਬਣਾ, ਅਲਫਾ ਬਾਅਦ ਚ ਲਿਖਿਆ ਉਹਨੇ। ਇਫ ਲੇਟਰ ਕੰਪੋਨੈਂਟ ਇਜ਼ ਮੈਗਨੀਟਿਊਡ ਆਫ ਦਿਸ find alpha and magnitude of other component ਚਲੋ ਕਰੋ find। ਕੁਐਸਚਨ ਪਹਿਲਾਂ ਸਟੇਟਮੈਂਟ ਰੀਡ ਕਰੋ। ਤੁਹਾਡਾ ਕੁਐਸਚਨ ਮੇਨ ਤਾਂ ਸਟੇਟਮੈਂਟ ਤੇ ਹੈ ਕਿ ਤੁਸੀਂ ਸਟੇਟਮੈਂਟ ਨੂੰ ਕਿਵੇਂ ਰੀਡ ਕਰ ਰਹੇ ਹੋ। ਜੇ ਤੁਸੀਂ ਸਟੇਟਮੈਂਟ ਨੂੰ ਅੱਛੇ ਤਰੀਕੇ ਨਾਲ ਰੀਡ ਕਰ ਰਹੇ ਹੋ ਤਾਂ ਤੁਹਾਡਾ ਕੁਐਸਚਨ ਈਜ਼ੀਲੀ ਹੋ ਜਾਣਾ ਵਾ। ਕੀ ਕਿਹਾ ਸੀ? ਗਿਵਨ ਫੋਰਸ ਆਰ ਇਜ਼ ਰਿਜ਼ੋਲਵ। ਠੀਕ ਹੈ। ਇੱਕ ਹਾਂ ਪਹਿਲਾਂ ਮੈਂ ਥੋੜਾ ਗਲਤ ਕਹਿ ਗਿਆ। ਰਿਜ਼ੋਲਵ ਪਾਰਟ ਤੇ ਰਿਜ਼ੋਲਵ ਕਰਨ 'ਚ ਬਹੁਤ ਡਿਫਰੈਂਸ ਆ। ਜਿੱਥੇ ਰਿਜ਼ੋਲਵਡ ਲਿਖਿਆ ਦਾ ਮਤਲਬ ਆਪਾਂ ਦੋ ਪਾਰਟਸ ਫਾਈਂਡ ਕਰਨੇ, ਦੋ ਕੰਪੋਨੈਂਟਸ ਫਾਈਂਡ ਕਰਨੇ। ਜੇ ਰਿਜ਼ੋਲਵ ਪਾਰਟ ਮੈਂਸ਼ਨ ਕੀਤਾ ਉਹਦਾ ਅਲੱਗ ਮੀਨਿੰਗ ਆ, ਕੱਲਾ ਰਿਜ਼ੋਲਵ ਲਿਖਿਆ ਉਹਦਾ ਅਲੱਗ ਮੀਨਿੰਗ ਆ। ਠੀਕ ਆ। ਰਿਜ਼ੋਲਵ ਜੇ ਕੱਲਾ ਰਿਜ਼ੋਲਵ ਲਿਖਿਆ ਉਹਦਾ ਮਤਲਬ ਆਪਾਂ ਨੂੰ ਬਸ ਦੋ ਕੰਪੋਨੈਂਟਸ ਫਾਈਂਡ ਕਰਨ ਨੂੰ ਕਿਹਾ। ਉਹ ਮੇ ਵੀ ਰਿਜ਼ੋਲਵ ਪਾਰਟ ਹੋ ਵੀ ਸਕਦਾ, ਨਹੀਂ ਵੀ ਹੋ ਸਕਦੇ। ਜਿੱਥੇ ਸਪੈਸ਼ਲੀ ਮੈਂਸ਼ਨ ਕਰਤਾ ਕਿ ਰਿਜ਼ੋਲਵ ਪਾਰਟ ਲਿਖਤਾ, ਉਹ ਰਿਜ਼ੋਲਵ ਪਾਰਟ ਹੋਣਗੇ, ਮੀਨਸ ਡਾਇਰੈਕਸ਼ਨ 90 ਡਿਗਰੀ ਹੋਏਗੀ। ਚਲੋ ਆਪਾਂ ਨੂੰ ਕੀ ਕਹਿ ਰਿਹਾ ਵਾ? ਇਹ ਗਿਵਨ ਫੋਰਸ ਆਰ, ਇੱਕ ਗਿਵਨ ਫੋਰਸ ਸੀ ਆਰ ਰਿਜ਼ੋਲਵ ਇਨਟੂ ਟੂ ਕੰਪੋਨੈਂਟ ਮੇਕਿੰਗ ਐਨ ਐਂਗਲ 45 ਐਂਡ ਦੂਸਰਾ ਕਿੰਨਾ ਐਂਗਲ ਮੇਕ ਕਰ ਰਹੀ ਆ? ਅਲਫਾ ਐਂਗਲ ਮੇਕ ਕਰ ਰਹੀ ਆ। ਇੱਕ ਕੰਪੋਨੈਂਟ ਕਿੰਨਾ ਐਂਗਲ ਮੇਕ ਕਰ ਰਿਹਾ? 45। ਦੂਸਰਾ ਐਂਗਲ ਕਿੰਨਾ ਮੇਕ ਕਰ ਰਿਹਾ? 45 ਨਾ, ਇੱਕ ਅਲਫਾ ਇੱਕ 45। ਚਲੋ ਸਪੋਜ਼ ਕਰ ਲਓ ਜਿਹੜਾ ਅਲਫਾ ਉਹਨੇ ਕਿਹਾ ਵਾ ਕਿ ਆਪਣੇ ਨੂੰ ਰਿਜ਼ੋਲਵ ਕਰਨੀ ਆ ਟੂ ਫੋਰਸਸ ਚ ਮੇਕਿੰਗ ਐਂਗਲ ਇਨਕਲਾਈਨਡ 45 ਐਂਡ ਅਲਫਾ। ਐ ਹੋਰ ਕੀ ਕਿਹਾ? ਇਫ ਦਾ ਲੇਟਰ ਕੰਪੋਨੈਂਟ, ਜਿਹੜਾ ਲੇਟਰ ਕੰਪੋਨੈਂਟ ਉਹ ਆਪਾਂ ਨੂੰ ਗਿਵਨ ਆ ਕਿੰਨਾ? √2/3 ਆ। ਆ ਕੰਪੋਨੈਂਟਸ ਗਿਵਨ ਦਿੱਤਾ। ਸਪੋਜ਼ ਕਰ ਲਓ ਫਿਰ ਜਿਹੜਾ ਅਦਰ ਕੰਪੋਨੈਂਟ ਫਾਈਂਡ ਕਰਨਾ। ਸਪੋਜ਼ ਕਰ ਲਓ ਉਹਦਾ ਨਾਮ ਕੀ? ਅਦਰ ਕੰਪੋਨੈਂਟ ਦਾ P ਆ। ਸਪੋਜ਼ ਕਰ ਲਓ ਅਦਰ ਕੰਪੋਨੈਂਟ ਕਿਹਦੇ ਇਕੁਅਲ ਆ? P ਦੇ ਇਕੁਅਲ ਆ। ਮੀਨਸ ਆਪਾਂ ਨੂੰ ਕਿਉਂ ਗਿਵਨ ਆ? ਇਹ ਕਹਿ ਲਓ ਕਿ ਕਿਉਂ ਗਿਵਨ ਆਪਾਂ ਨੂੰ, ਕਿਉਂ ਕਿੰਨਾ ਗਿਵਨ ਆ? √2/3 ਆਰ। ਡਾਇਰੈਕਸ਼ਨਸ ਵੀ ਪਤਾ ਨੇ। ਇੱਕ ਕੀ ਫਾਈਂਡ ਕਰਨਾ? ਅਲਫਾ ਫਾਈਂਡ ਕਰਨਾ, ਇੱਕ P ਫਾਈਂਡ ਕਰਨਾ। ਚਲੋ ਕਰ ਦਿਓ, ਅਲਫਾ ਤੇ P ਫਾਈਂਡ ਕਰ ਦਿਓ। ਚਲੋ ਹੁਣ ਇੱਥੋਂ ਆਪਣੇ ਕੋਲੇ P ਕਿਹਦੇ ਇਕੁਅਲ ਆ ਜਾਏਗਾ? P ਕਿਹਦੇ ਇਕੁਅਲ ਦਾ? R ਐਂਗਲ ਆਫ ਅਦਰ ਡਿਵਾਈਡਡ ਬਾਈ ਸਾਈਨ 45 ਪਲੱਸ ਅਲਫਾ। ਐਂਡ ਕਿਉਂ ਕਿਹਦੇ ਇਕੁਅਲ ਹੁੰਦਾ? R sin of other angle divided by sin 45 plus ਇਹਦੇ ਇਕੁਅਲ ਹੀ। ਇਹਨੂੰ ਸੋਲਵ ਕਰ ਲੈਣੇ। r ਨਾਲ r ਕੈਂਸਲ ਹੋ ਗਿਆ। ਚਲੋ sin 45 ਕਿੰਨਾ ਹੁੰਦਾ? 1/√2। ਚਲੋ 1/√2 ਨੂੰ ਆਪਾਂ ਉਸ ਸਾਈਡ ਲੈ ਜਾਂਦੇ ਆ ਤਾਂ ਇੱਥੋਂ ਆਪਣੇ ਕੋਲੇ sin 45 plus ਅਲਫਾ ਕਿਹਦੇ ਇਕੁਅਲ ਆ ਜਾਏਗਾ? √2/3। ਇਹਨੂੰ ਸੋਲਵ ਕਰਨ ਲੱਗੇ sin 45 ਦੀ ਵੈਲਿਊ ਪੁੱਟ ਕਰਤੀ ਆਪਾਂ। ਕਿੰਨੀ ਆ sin 45 ਦੀ ਵੈਲਿਊ? 1/√2। ਇਧਰ √2 ਪਿਆ ਸੀ, √2 ਨਾਲ 1/√2 ਮੇਰਾ ਸੋਲਵ ਕਰਕੇ ਕੀ ਆ ਗਿਆ? sin 45 ਪਲੱਸ ਕਿਹਦੇ ਕੋਲ ਆ ਗਿਆ? √3/2। ਹੁਣ sin ਦੀ ਵੈਲਿਊ √3/2 ਕਦੋਂ ਹੁੰਦੀ ਆ? ਆ sin 45 ਪਲੱਸ ਅਲਫਾ ਕਿੰਨਾ ਆ ਗਿਆ? √3/2 ਆ ਗਿਆ। ਹੁਣ sin ਦੀ ਵੈਲਿਊ √3/2 ਕਦੋਂ ਹੁੰਦੀ ਹੈ? ਜਾਂ ਤਾਂ ਕਿੰਨਾ ਹੋਵੇ? 60 ਹੋਵੇ ਜਾਂ 120 ਹੋਵੇ। ਕਿਉਂਕਿ ਇੱਥੇ sin ਦੀ ਵੈਲਿਊ ਪੋਜ਼ਿਟਿਵ ਆਈ ਆ। sin ਦੋ ਚ ਪੋਜ਼ਿਟਿਵ ਹੁੰਦਾ, ਫਰਸਟ ਕੁਆਡਰੈਂਟ ਚ, ਸੈਕੰਡ ਕੁਆਡਰੈਂਟ ਚ। ਉਹਦੀ ਵੈਲਿਊ ਜਾਂ 60 ਹੋ ਸਕਦੀ ਆ ਜਾਂ ਕਿੰਨੀ ਹੋ ਸਕਦੀ ਹੈ? 120। ਮੀਨਸ ਅਲਫਾ ਕਿੰਨਾ ਆ ਗਿਆ? ਜਾਂ ਤਾਂ 50 ਡਿਗਰੀ ਆ ਜਾਏਗਾ ਔਰ ਅਲਫਾ ਕਿੰਨਾ ਆ ਜਾਏਗਾ? 120 ਚੋਂ 45 ਮਾਈਨਸ ਕੀਤਾ 75 ਆ ਜਾਏਗਾ ਔਰ 75। ਇਹਦਾ ਅਲਫਾ ਦੀਆਂ ਦੋ ਵੈਲਿਊਜ਼ ਆ ਜਾਣਗੀਆਂ। ਜਾਂ ਤਾਂ ਅਲਫਾ 15 ਆਏਗਾ ਜਾਂ ਅਲਫਾ ਕਿੰਨਾ ਆਏਗਾ? 75 ਆਏਗਾ। ਠੀਕ ਆ। ਅਲਫਾ ਦੀਆਂ ਵੈਲਿਊਜ਼ ਫਾਈਂਡ ਹੋ ਗਈਆਂ। ਅਲਫਾ ਕਿੰਨਾ ਆ ਗਿਆ? 15 ਆ ਗਿਆ ਔਰ 75 ਆ ਗਿਆ। ਆਪਾਂ ਫਾਈਂਡ ਕਰ ਲਿਆ। ਜੇ ਕੋਈ ਇੱਕ ਪੋਸੀਬਿਲਿਟੀ ਵੀ ਲਿਖ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ, ਬਟ ਆਪਾਂ ਦੋਨੋਂ ਪੋਸੀਬਿਲਿਟੀ ਲਿਖਾਂਗੇ ਕਿਉਂਕਿ ਸਾਈਨ ਦੋ ਕੁਆਡਰੈਂਟ 'ਚ ਪੋਜ਼ਿਟਿਵ ਆ, ਫਰਸਟ ਐਂਡ ਸੈਕੰਡ 'ਚ। ਚਲੋ ਅਲਫਾ ਫਾਈਂਡ ਹੋ ਗਿਆ। ਹੁਣ 1/1 ਇੱਕ ਵਾਰੀ ਤੁਸੀਂ ਅਲਫਾ ਕਿੰਨਾ ਪੁੱਟ ਕਰ ਦੋਗੇ? 15। ਇੱਕ ਵਾਰੀ
75 ਤੇ p ਦੀ ਵੈਲਿਊ ਫਾਈਂਡ ਕਰ ਦੋਗੇ r sin 15 ਅਲਫਾ 15 ਪੁੱਟ ਕੀਤਾ ਕਿੰਨਾ ਆ ਗਿਆ sin 60 ਆ ਗਿਆ। ਹੁਣ ਰਹਿ ਗਈ sin 15 ਦੀ ਵੈਲਿਊ ਫਾਈਂਡ ਕਰਨੀ, ਉਹ ਤੁਸੀਂ ਫਾਈਂਡ ਕਰੋਗੇ sin 15 ਕਿਵੇਂ ਫਾਈਂਡ ਕਰਦੇ ਹੋ ਤੁਸੀਂ, ਠੀਕ ਹੈ। ਮੈਂ ਨਹੀਂ ਸੋਲਵ ਕਰਾਉਣਾ sin 15 ਕਿਵੇਂ ਫਾਈਂਡ ਹੋਣਾ। ਜੇ ਅਲਫਾ 75 ਆ r sin 75 ਓਵਰ sin 120 ਆ ਜਾਏਗਾ ਨਾ। ਅਲਫਾ ਦੀ ਦੋ ਵੈਲਿਊ ਪੀ ਦੀਆਂ ਦੋ ਵੈਲਿਊਜ਼ ਆ ਜਾਣਗੀਆਂ ਦੋ। ਚਲੋ sin 15 ਚਲੋ ਕਿਵੇਂ ਫਾਈਂਡ ਕਰੋਗੇ sin 30 45 ਮਾਈਨਸ 30 sin 15 ਕਿਵੇਂ ਫਾਈਂਡ ਕਰ ਸਕਦੇ ਹੋ sin 45 ਮਾਈਨਸ 30 75 ਨੂੰ ਕਿਵੇਂ ਫਾਈਂਡ ਕਰ ਸਕਦੇ ਹੋ ਲਿਖ ਸਕਦੇ ਹੋ 30 ਪਲੱਸ 45 sin a ਪਲੱਸ b sin a ਮਾਈਨਸ b ਦੇ ਫਾਰਮੂਲੇ ਪੁੱਟ ਕਰਿਓ p ਦੀਆਂ ਵੈਲਿਊਜ਼ ਆ ਜਾਣਗੀਆਂ। ਕੀ ਆ ਜਾਏਗਾ ਆਪਣੇ ਕੋਲੇ p ਦੀਆਂ ਵੈਲਿਊਜ਼ ਆ ਜਾਣਗੀਆਂ ਸੋਲਵ ਹੋ ਕੇ। चलो कह रहा है 8th क्वेश्चन देखो, ए ब्लॉक ऑफ वेट 60 न्यूटन, a block of weight 60 newton is placed on weighing machine and a force of this 12 under root 2 newton is applied to block at 45 as shown in figure. What would the weighing machine read? What would the weighing machine read? ਆਪਾਂ ਰੀਡਿੰਗ ਫਾਈਂਡ ਕਰਨੀ ਵੇਇੰਗ ਮਸ਼ੀਨ ਦੀ। ਕੀ ਕਹਿ ਰਿਹਾ ਆਪਣੇ ਕੋਲੇ ਕੀ ਪਈ ਆ ਵੇਇੰਗ ਮਸ਼ੀਨ ਪਈ ਆ, ਇਹਦੇ ਆਪਣੇ ਕੋਲੇ ਇੱਕ ਬਲੌਕ ਪਿਆ, ਆਪਣੇ ਕੋਲੇ ਕੀ ਪਿਆ ਵਾ ਬਲੌਕ ਪਿਆ, ਬਲੌਕ ਆਫ weight 60 ਨਿਊਟਨ। ਇਸ ਬਲੌਕ ਦਾ weight ਕਿੰਨਾ ਵਾ 60 ਨਿਊਟਨ। ਆਪਾਂ ਨੂੰ ਪਤਾ weight ਆਲਵੇਸ ਕਿੱਧਰ ਐਕਟ ਕਰਦਾ ਵਰਟੀਕਲੀ ਡਾਊਨਵਰਡ ਐਕਟ ਕਰਦਾ, weight ਆਲਵੇਸ ਕਿੱਧਰ ਐਕਟ ਕਰਦਾ ਵਰਟੀਕਲੀ ਡਾਊਨਵਰਡ। ਕੀ ਕਹਿ ਰਿਹਾ ਆਪਣੇ ਕੋਲੇ ਐਂਡ ਏ ਫੋਰਸ, ਇੱਥੇ ਆਪਾਂ ਫੋਰਸ ਅਪਲਾਈ ਕੀਤੀ, ਕਿੰਨੀ ਫੋਰਸ ਅਪਲਾਈ ਕੀਤੀ ਆ 45 ਐਂਗਲ ਤੇ 12 ਅੰਡਰ ਰੂਟ 2 ਨਿਊਟਨ ਅਪਲਾਈ ਕੀਤੀ ਆ। ਵਟ ਵੁੱਡ ਦਾ ਕਹਿੰਦਾ ਵੇਇੰਗ ਮਸ਼ੀਨ ਰੀਡ, ਕਹਿੰਦਾ ਵੇਇੰਗ ਮਸ਼ੀਨ ਦੀ ਰੀਡਿੰਗ ਕੀ ਹੋਏਗੀ। ਐਕਚੁਅਲ ਉਹਦਾ weight ਕਿੰਨਾ ਸੀ 60 ਨਿਊਟਨ ਸੀ। ਜੇ ਆਪਾਂ ਫੋਰਸ ਅਪਲਾਈ ਨਾ ਕਰੀਏ ਨਾ ਆਹ weight ਮਸ਼ੀਨ ਪਈ ਆ, weight ਮੈਜ਼ਰ ਕਰ ਰਹੇ ਆ ਆਪਾਂ, ਐਕਚੁਅਲ ਕਿੰਨਾ ਸੀ ਉਹਦਾ ਕਹਿੰਦਾ 60 ਨਿਊਟਨ ਦਾ। ਉਹ ਕਿੰਨੇ ਨਿਊਟਨ ਦਾ ਆਪਣੇ ਕੋਲੇ 60 ਨਿਊਟਨ ਦਾ ਵਾ, ਠੀਕ ਹੈ। ਬਲੌਕ ਆਫ weight 60 ਨਿਊਟਨ ਇਜ਼ ਪਲੇਸਡ ਔਨ ਵੇਇੰਗ ਮਸ਼ੀਨ ਐਂਡ ਏ ਫੋਰਸ ਆਫ 12 ਅੰਡਰ ਰੂਟ 2। ਬਾਅਦ ਚ ਕਹਿੰਦਾ ਉਹਦੇ ਫੋਰਸ ਅਪਲਾਈ ਕਰਤੀ ਕਿੰਨੀ 12 ਅੰਡਰ ਰੂਟ 2 ਐਕਸਟਰਾ ਫੋਰਸ ਅਪਲਾਈ ਕਰਤੀ, ਤਾਂ weight ਉਹਦਾ ਇਨਕਰੀਜ਼ ਹੋ ਜਾਣਾ ਆਪਾਂ ਨੂੰ ਪਤਾ, ਠੀਕ ਹੈ। ਤੁਸੀਂ weight ਰੱਖੋਗੇ ਐਕਚੁਅਲ weight ਜੇ ਉਹਦਾ 1 kg ਆ ਜਾਏ, ਤੁਸੀਂ ਤੇ ਆਪਣਾ ਹੋਰ weight ਪ੍ਰੈਸ਼ਰ ਅਪਲਾਈ ਕਰ ਦੋਗੇ ਤਾਂ ਉਹਦਾ weight ਇਨਕਰੀਜ਼ ਹੋ ਜਾਣਾ। ਉਹੀ ਪੁੱਛ ਰਿਹਾ ਕਹਿੰਦਾ ਐਕਚੁਅਲ weight ਉਹਦਾ ਹੁਣ ਕਿੰਨਾ ਹੋਏਗਾ, ਕਿਉਂ ਮੀਨਸ ਉਹਦਾ ਐਕਚੁਅਲ ਨਹੀਂ ਵੇਇੰਗ ਮਸ਼ੀਨ ਕਿੰਨਾ ਰੀਡ ਕਰੂਗੀ ਜੇ ਆਪਾਂ ਉਹਦੇ ਫੋਰਸ ਅਪਲਾਈ ਕਰ ਦਾਂਗੇ 12 ਅੰਡਰ ਰੂਟ 2 ਨਿਊਟਨ। ਚਲੋ weight ਕਿੰਨਾ ਆਪਣੇ ਕੋਲੇ, weight ਆਫ ਬਲੌਕ 60 ਨਿਊਟਨ ਆ, ਇਹਨੂੰ kg ਚੇਂਜ ਕਰ ਦਈਏ ਕਿਉਂਕਿ weight ਆ ਉਹਨੂੰ kg weight ਚੇਂਜ ਕਰਨਾ ਪੈਣਾ, ਤਾਂ ਆਪਾਂ ਉਹਨੂੰ g ਨਾਲ ਕੀ ਕਰਤਾ ਮਲਟੀਪਲਾਈ ਕਰਤਾ। ਜੇ ਨਿਊਟਨ 'ਚ ਹੀ ਰੱਖਣਾ ਨਿਊਟਨ 'ਚ ਹੀ ਰੱਖ ਲਿਓ, ਕੋਈ ਫਰਕ ਨਹੀਂ ਹੈਗਾ ਸਾਰਾ ਕੁਝ। ਜੇ ਨਿਊਟਨ 'ਚ ਮੈਜ਼ਰ ਕਰ ਦੋਗੇ ਨਿਊਟਨ 'ਚ ਹੀ ਮੈਜ਼ਰ ਕਰ ਲਿਓ। ਜੇ kg weight 'ਚ ਚੇਂਜ ਕਰਨਾ ਸੀ kg weight 'ਚ ਚੇਂਜ ਕਰ ਦਿੰਦੇ, ਜੇ ਨਿਊਟਨ 'ਚ ਹੀ ਰੱਖਣਾ ਤੁਸੀਂ ਨਿਊਟਨ 'ਚ ਹੀ ਰੱਖ ਲਿਓ। ਹੁਣ ਇਹਦਾ ਆਹ ਫੋਰਸ ਆਪਾਂ ਅਪਲਾਈ ਕਰਤੀ ਤਾਂ weight ਇਨਕਰੀਜ਼ ਹੋ ਜਾਣਾ, ਤਾਂ ਆਪਾਂ ਕੰਪੋਨੈਂਟ ਫਾਈਂਡ ਕਰ ਦਿੰਦੇ ਆ ਫੋਰਸ ਤੇ। ਆਹ ਫੋਰਸ ਦੇ ਦੋ ਕੰਪੋਨੈਂਟਸ ਹੋਣਗੇ, ਆ ਕਿੰਨਾ ਐਂਗਲ ਆ ਆਪਣੇ ਕੋਲੇ 45 ਆ ਨਾ, ਆ ਕਿੰਨਾ ਐਂਗਲ ਆ 45। ਆ ਕੰਪੋਨੈਂਟ ਕਿੰਨਾ ਆ ਜਾਏਗਾ 45 ਸੌਰੀ ਕਿੰਨੀ ਫੋਰਸ ਆ 12 ਅੰਡਰ ਰੂਟ 2 cos, ਦੋ ਕੰਪੋਨੈਂਟਸ ਹੋਣਗੇ ਨਾ ਫੋਰਸ ਤੇ। ਅਰੇ ਆਪਾਂ ਕਿਆ ਫੋਰਸ ਤੇ ਕਿੰਨੇ ਕੰਪੋਨੈਂਟਸ ਹੋਣੇ, ਦੋ ਕੰਪੋਨੈਂਟਸ ਹੋਣੇ ਆ ਨਾ। ਆ 45 ਇੱਕ ਆ ਕੰਪੋਨੈਂਟ ਹੋ ਗਿਆ, ਇੱਕ ਇਸ ਡਾਇਰੈਕਸ਼ਨ। ਇਸ ਡਾਇਰੈਕਸ਼ਨ ਦਾ ਆਪਾਂ ਨੂੰ ਜ਼ਰੂਰਤ ਹੀ ਨਹੀਂ ਉਹ ਕੰਪੋਨੈਂਟ ਦੀ ਨਾ,
ਆ ਫੋਰਸ ਹੀ ਐਕਟ ਕਰ ਰਹੀ ਹੈ, ਤੇ ਦੋ ਕੰਪੋਨੈਂਟ ਕਿੰਨੇ ਐਂਗਲ ਦੇ 45 ਤੇ ਆ ਮੈਜ਼ਰ ਕਰਤੀ ਆਪਾਂ ਡਾਇਰੈਕਸ਼ਨ ਦੇ ਅਕੋਰਡਿੰਗ, ਆ ਡਾਇਰੈਕਸ਼ਨ ਸੀ ਉਹਦੀ, ਠੀਕ ਆ। ਅਪਲਾਈ ਹੋਈ ਇਸ ਪੁਆਇੰਟ ਤੇ 12 √2 ਨਿਊਟਨ, ਉਹਦੇ ਦੋ ਕੰਪੋਨੈਂਟਸ ਹੋਣਗੇ ਫੋਰਸ ਤੇ, ਇੱਕ ਕਾਸ ਵਾਲਾ ਇੱਕ ਸਾਈਨ ਵਾਲੇ ਦੀ ਆਪਾਂ ਨੂੰ ਜ਼ਰੂਰਤ ਨਹੀਂ ਸੀ ਨਾ। ਤਾਂ ਰਿਜ਼ੋਲਵ ਪਾਰਟ ਆਫ ਫੋਰਸ ਇਨ ਡਾਊਨਵਰਡ ਡਾਇਰੈਕਸ਼ਨ ਕਿੰਨਾ ਆ ਗਿਆ, ਰਿਜ਼ੋਲਵ ਪਾਰਟ ਆਫ 12 √2 ਨਿਊਟਨ along vertically downward, ਇਹਦੇ ਇਕੁਅਲ ਆ ਜਾਏਗਾ, ਲਿਖਿਆ ਹੀ ਹੋਇਆ ਆਪਾਂ 12 √2 cos 45 which is equal to 12। therefore weighing machine ਦੀ ਰੀਡਿੰਗ ਕਿੰਨੀ ਹੋ ਜਾਏਗੀ, 60 + 12 is equal to 72 ਨਿਊਟਨ ਹੋ ਜਾਏਗੀ। ਆ ਫੋਰਸ ਅਪਲਾਈ ਕਰਨਾ ਦਾ weight ਇਨਕਰੀਜ਼ ਹੋ ਗਿਆ, ਕਿੰਨਾ ਇਨਕਰੀਜ਼ ਹੋਇਆ 12 ਯੂਨਿਟ। ਤਾਂ ਆਪਣੇ ਕੋਲ weight ਮਸ਼ੀਨ ਦੀ ਰੀਡਿੰਗ ਕਿੰਨੀ ਆ ਜਾਏਗੀ 72, ਠੀਕ ਆ। ਡਾਇਰੈਕਸ਼ਨ ਦੇ ਅਕੋਰਡਿੰਗ ਤੁਸੀਂ ਕੰਪੋਨੈਂਟਸ ਫਾਈਂਡ ਕਰਨੇ ਆ, ਇਹ ਨਾ ਹੋਵੇ ਤੁਸੀਂ ਕੰਪੋਨੈਂਟ ਇੱਧਰ ਨੂੰ, ਆਹ ਡਾਇਰੈਕਸ਼ਨ ਸੀ ਫੋਰਸ ਦੀ ਤੇ ਇਹਦੇ ਨਾਲ ਹੀ ਆਹ ਡਾਇਰੈਕਸ਼ਨ ਦੇ ਨਾਲ ਕੰਪੋਨੈਂਟਸ ਬਣਨੇ ਆ, ਦੋ ਹੌਰੀਜ਼ੌਂਟਲ ਕੰਪੋਨੈਂਟ ਆਇਆ ਨਾ, ਇੱਕ ਵਰਟੀਕਲ ਕੰਪੋਨੈਂਟ ਜਾਂ ਰਿਜ਼ੋਲਵ ਪਾਰਟ ਕਹਿ ਲਓ। ਵਰਟੀਕਲ ਦਾ ਆਪਾਂ ਨੂੰ ਜ਼ਰੂਰਤ ਸੀ, ਹੌਰੀਜ਼ੌਂਟਲ ਦੀ ਆਪਾਂ ਨੂੰ ਜ਼ਰੂਰਤ ਨਹੀਂ ਸੀ, ਕਿਉਂਕਿ ਆਪਾਂ ਤਾਂ weight ਮੈਜ਼ਰ ਕਰਨਾ ਸੀ ਨਾ। ਆਹ ਡਾਇਰੈਕਸ਼ਨ ਦੀ ਤਾਂ ਆਪਾਂ ਨੂੰ ਜ਼ਰੂਰਤ ਹੀ ਨਹੀਂ ਸੀ, ਤਾਂ ਆਪਾਂ ਇਕੱਲਾ ਡਾਊਨਵਰਡ ਵਾਲਾ ਫਾਈਂਡ ਕਰ ਲਿਆ। ਤਾਂ ਐਡ ਕਰਤਾ ਆਪਣੇ ਕੋਲੇ ਕੀ ਆ ਗਿਆ, ਉਹਦਾ ਰਿਜ਼ੋਲਵ ਪਾਰਟ ਆ ਗਿਆ ਕਿੰਨਾ 12, ਐਂਡ ਟੋਟਲ weight ਕਿੰਨਾ ਆ ਗਿਆ ਫਿਰ ਆਪਣੇ ਕੋਲੇ 72 ਨਿਊਟਨ ਬਣ ਗਿਆ। ਸੇਮ 9th ਕੁਐਸਚਨ ਇਹਦੇ ਨਾਲ ਦਾ ਹੀ, ਅੱਗੇ 10th ਕੁਐਸਚਨ ਦੇਖੋ। A force of magnitude 75 √ 6/2 kg which makes an angle 45 with x-axis is replaced by two forces, a horizontal force F and a second force of 75 kg weight. Find F. Statement ਧਿਆਨ ਨਾਲ ਰੀਡ ਕਰੋ। ਸਟੇਟਮੈਂਟ ਤੁਸੀਂ ਰੀਡ ਕਰ ਲਈ ਹੋਣੀ। ਕੀ ਕਹਿ ਰਿਹਾ, a force of 75 √ 6y 2 kg weight makes an angle 45 with x-axis, makes an angle 45 with x-axis। ਇੱਕ ਫੋਰਸ ਆ ਕਹਿੰਦਾ ਆਪਣੇ ਕੋਲੇ, ਕਿੰਨੀ ਫੋਰਸ ਆ 75 √ 6y 2 kg, ਉਹ ਕਿੰਨਾ ਐਂਗਲ ਮੇਕ ਕਰ ਰਹੀ ਆ 75 ਐਂਗਲ ਮੇਕ ਕਰ ਰਹੀ ਆ। is to be replaced by a horizontal force F। ਕਹਿੰਦਾ ਇਸ ਫੋਰਸ ਨੂੰ ਆਪਾਂ ਕਿਹਦੇ ਨਾਲ ਰਿਪਲੇਸ ਕਰਤਾ, ਇੱਕ horizontal force ਨਾਲ ਰਿਪਲੇਸ ਕਰਤਾ, ਐਂਡ a second force of 75 kg। find F। ਕੁਝ ਵੀ ਨਹੀਂ ਕਹਿ ਰਿਹਾ, ਸਿਰਫ ਉਹਨੇ ਸਟੇਟਮੈਂਟ 'ਚ ਆਪਾਂ ਨੂੰ ਘੁਮਾਇਆ ਹੋਇਆ। ਕੀ ਕਹਿ ਰਿਹਾ, force of magnitude this makes angle 45 degree with x-axis। ਸਪੋਜ਼ ਕਰ ਲਓ ਆਪਣੇ ਕੋਲ ਕੀ ਸੀ x-axis, ਕਹਿੰਦਾ x-axis ਦੇ ਨਾਲ ਕਿੰਨਾ ਐਂਗਲ ਮੇਕ ਕਰ ਰਹੀ ਹੈ 45। is to be replaced by two forces। ਕਹਿੰਦਾ ਫੋਰਸ ਨੂੰ ਦੋ ਫੋਰਸ ਨਾਲ ਰਿਪਲੇਸ ਕਰਨਾ। ਦੋ ਫੋਰਸ ਨਾਲ ਕਿਵੇਂ ਰਿਪਲੇਸ ਕਰਦੇ ਆ, ਮੀਨਸ ਉਹਦੇ ਕੰਪੋਨੈਂਟਸ ਫਾਈਂਡ ਕਰਨ ਨੂੰ ਕਹਿ ਰਿਹਾ ਆਪਾਂ ਨੂੰ। is to be replaced by two forces, ਆ ਹੌਰੀਜ਼ੌਂਟਲ ਫੋਰਸ, ਇੱਕ ਆਪਣੇ ਕੋਲੇ ਹੌਰੀਜ਼ੌਂਟਲ ਚਾਹੀਦੀ ਆ, ਹੌਰੀਜ਼ੌਂਟਲ ਦਾ ਆਹੀ ਬਣ ਜਾਣੀ ਆ ਕਿਉਂਕਿ ਇਹੀ x-axis ਦੀ ਹੌਰੀਜ਼ੌਂਟਲ ਡਾਇਰੈਕਸ਼ਨ ਆ ਆਪਣੇ ਕੋਲੇ। ਆਹ ਫੋਰਸ ਨੂੰ ਕਹਿੰਦਾ x-axis ਨਾਲ 45 ਐਂਗਲ ਮੇਕ ਕਰ ਰਹੀ ਸੀ, ਇਹਨੂੰ ਦੋ ਫੋਰਸ ਨਾਲ ਕਹਿੰਦਾ ਰਿਪਲੇਸ ਕਰਨਾ। ਜਿਹੜੀ ਆ ਫੋਰਸ ਆ, ਇੱਕ ਕਹਿੰਦਾ ਹੌਰੀਜ਼ੌਂਟਲ ਫੋਰਸ ਆ, ਉਹ ਤਾਂ ਫਿਰ x-axis ਦੇ ਲੌਂਗ ਹੀ ਹੋਊਗੀ, ਐਂਡ ਸੈਕੰਡ ਇਜ਼ ਆਫ 75 kg। ਸੈਕੰਡ ਕਹਿੰਦੇ ਕਿੰਨੀ ਆ 75 kg weight ਆ। F ਫਾਈਂਡ ਕਰਨੀ ਆ ਆਪਾਂ ਨੂੰ। ਹੁਣ ਜੇ F ਫਾਈਂਡ ਕਰਨੀ ਆ ਆਪਾਂ ਨੂੰ, ਆ ਵੀ ਡਾਇਰੈਕਸ਼ਨ ਵੀ ਪਤਾ ਹੋਣੀ ਚਾਹੀਦੀ ਹੈ। ਸਪੋਜ਼ ਕਰ ਲਓ ਡਾਇਰੈਕਸ਼ਨ ਕਿੰਨੀ ਆ ਬੀਟਾ ਵਾ, ਕਿ ਜਿਹੜੀ ਸੈਕੰਡ ਫੋਰਸ ਆ ਉਹ 75 ਨਾਲ ਕਿੰਨਾ ਐਂਗਲ ਮੇਕ ਕਰ ਰਹੀ ਹੈ, ਬੀਟਾ ਐਂਗਲ ਮੇਕ ਕਰ ਰਹੀ ਹੈ। ਸੇਮ ਪਹਿਲਾਂ ਵਾਲਾ ਕੁਐਸਚਨ ਹੀ ਬਣ ਗਿਆ, ਸੇਮ ਆਪਣੇ ਕੋਲੇ ਪਹਿਲਾਂ ਵਾਲਾ ਕੁਐਸਚਨ ਹੀ ਬਣ ਗਿਆ। ਕਿਹੜਾ ਕੁਐਸਚਨ ਸੀ ਆਪਣੇ ਕੋਲ 10th ਕੁਐਸਚਨ ਕਰ ਰਹੇ ਸੀ, ਸੇਮ ਪਹਿਲਾਂ ਵਾਲਾ ਕੁਐਸਚਨ ਹੀ ਬਣ ਗਿਆ। ਇੱਥੋਂ ਜੇ 75 ਆਪਾਂ ਫਾਈਂਡ ਕਰਾਂਗੇ ਕਿਹਦੇ ਇਕੁਅਲ ਆ ਜਾਏਗਾ, sin 45 over sin 45 plus बीटा। दूसरा अपने को की बन जाएगा f की इक्वल आ जाएगा 75 √6/2 sin बीटा अपॉन sin 45 plus बीटा।
ਆ ਦੋ ਇਕੁਏਸ਼ਨ ਬਣੀਆਂ 1 ਬਣ ਗਈ ਆ ਸੈਕੰਡ ਉਹਨਾਂ ਨੂੰ ਸੋਲਵ ਕਰਨਾ ਆਹੀ ਕਿਹਾ ਸੀ ਆਪਾਂ ਨੇ ਉਹਨੇ ਸਿੰਪਲ ਕੰਪੋਨੈਂਟਸ ਨਹੀਂ ਕਿਹਾ ਉਹ ਕਹਿੰਦਾ ਰਿਪਲੇਸ ਕਰ ਦਿਓ ਫੋਰਸ ਐਫ ਨੂੰ ਦੋ ਜਿਹੜੀ ਆ ਫੋਰਸ ਇਹਨੂੰ ਦੋ ਫੋਰਸਾਂ ਨਾਲ ਰਿਪਲੇਸ ਕਰ ਦਿਓ ਕੰਪੋਨੈਂਟ ਦੀ ਜਗ੍ਹਾ ਉਹਨੇ ਆ ਵਰਡ ਯੂਜ਼ ਕਰ ਲਿਆ ਦੇਖ ਲਓ ਸਿਰਫ ਸਟੇਟਮੈਂਟ ਹੀ ਚੇਂਜ ਕੀਤੀ ਆ ਇੰਗਲਿਸ਼ ਦੇ ਵਰਡਿੰਗ ਚੇਂਜ ਕੀਤੀ ਹੈ ਕਹਿ ਲਓ ਜ਼ਿਆਦਾ ਫਸਟ ਨੂੰ ਸੋਲਵ ਕਰ ਲਓ ਫਰੋਮ 1 ਆਪਣੇ ਕੋਲੇ ਕੀ ਆ ਜਾਏਗਾ ਫਰੋਮ 175 ਨਾਲ 75 ਕੈਂਸਲ ਆ ਕਿੰਨਾ ਆ ਜਾਏਗਾ 1/√2 ਆ ਜਾਏਗਾ ਜਿਹਨੂੰ ਲਿਖਣਾ ਹੋਵੇ √3 × √2 ਤੇ ਆਪਣੇ ਕੋਲੇ ਕੀ ਆ ਜਾਏਗਾ ਸਾਈਨ 45 ਪਲੱਸ ਬੀਟਾ ਫੇਰ ਇੰਨਾ ਹੀ ਆ ਜਾਏਗਾ ਨਾ ਇੱਥੋਂ ਬੀਟਾ ਦੀ ਵੈਲਿਊ ਫੇਰ ਕਿੰਨਾ ਆ ਜਾਏਗੀ 15 ਆ ਜਾਏਗੀ ਔਰ 75 ਪਹਿਲਾਂ ਵਾਲੀ ਵੀ ਆ ਗਈ ਇਹਦਾ ਪੁੱਟ ਕਰ ਦਿਓ ਐਫ ਫਾਈਂਡ ਕਰ ਦਿਓ ਹੁਣ ਆ ਪੁੱਟ ਕਰਿਓ ਫਾਈਂਡ ਐਫ ਫਾਈਂਡ ਕਰ ਦਿਓ थर्टीनथ क्वेश्चन देखो the forces P and Q acting at a point have resultant R two forces are P and Q कहना resultant कितना उन्हां दा R if resolve part of R in the direction of Q is of magnitude P कहना if the resolve part of R in the direction of Q is of magnitude P show that angle between the direction of forces is this दोनों फोर्सेस P ਤੇ Q 'ਚ ਆਪਾਂ एंगल फाइंड करना इन्ना शो करना 2 sin inverse this and also find the magnitude of R also find the magnitude of R statement read करो सब तो मेन है थोड़ा कम स्टेटमेंट की कह रही है स्टेटमेंट ध्यान नाल रीड करो क्वेश्चन ही अपने आप सॉल्व हो जाना क्वेश्चन अपने आप ही सॉल्व हो जाना तो अपने को दो फोर्सेस ने P एंड Q एंड R उन्होंने का की है रिजल्टेंट आ दो फोर्सेस अपने को P एंड Q R उन्होंने का रिजल्टेंट आ इफ द रिजॉल्व पार्ट ऑफ R इन द डायरैक्शन ऑफ Q इज ऑफ मैग्नीट्यूड P हुण इत्थे R दे रिजॉल्व पार्ट की गल कर रहा जे रिजॉल्व पार्ट की गल कर रहा आपां नूं परपेंडिकुलर डायरैक्शन की जरूरत पै जाती है ना जे रिजॉल्व पार्ट की गल कर रहा परपेंडिकुलर डायरैक्शन की जरूरत पेगी कहंदा रिजॉल्व पार्ट फाइंड करना लॉन्ग Q ਇਹਦਾ मतलब एक डायरैक्शन ਆਪਾਂ ਕਿਉਂ ਚੂਜ਼ ਨਾ ਕਰ ਲਈਏ ਆ ਆਪਣੇ ਕੋਲੇ P ਫੋਰਸ ਆ ਜਾਏਗੀ ਸਪੋਜ਼ ਕਰ ਲਓ ਦੋਨਾਂ ਚ ਐਂਗਲ ਕਿੰਨਾ ਵਾ ਅਲਫਾ R ਕੀ ਹੈ ਰਿਜ਼ਲਟ ਹੈ ਠੀਕ ਹੈ ਜਿਹੜਾ Q ਫੋਰਸ ਆ ਉਹਦੇ ਲੌਂਗ ਰਿਜ਼ੋਲਵ ਪਾਰਟ ਫਾਈਂਡ ਕਰਨ ਨੂੰ ਕਹਿ ਰਿਹਾ ਤਾਂ ਆਪਾਂ Q ਨੂੰ ਲੌਂਗ x ਐਕਸਿਸ ਹੀ ਚੂਜ਼ ਕਰ ਲਿਆ ਮੈਂ ਦੇਖ ਲਓ Q ਨੂੰ ਆਪਾਂ ਕਿਹਦੇ ਲੌਂਗ ਚੂਜ਼ ਕਰ ਲਿਆ x ਐਕਸਿਸ ਚੂਜ਼ ਕਰ ਲਿਆ ਐਂਡ ਸਪੋਜ਼ ਕਰ ਲਓ ਰਿਜ਼ਲਟੈਂਟ ਕਿੰਨਾ ਐਂਗਲ ਮੇਕ ਕਰ ਰਿਹਾ Q ਨਾਲ ਥੀਟਾ ਐਂਗਲ ਮੇਕ ਕਰ ਰਿਹਾ रिजल्टेंट कितना एंगल मेक कर रहा वा थीटा एंगल मेक कर रहा वा क्वेश्चन के अकॉर्डिंग आप सब कुछ आपदे आप चेंज कर लेना की कह रहा सी कहना P ते Q दो फोर्सेस ने R उन्होंने रिजल्टेंट की कह रहा सी इफ द रिजॉल्व पार्ट ऑफ R इन द डायरैक्शन ऑफ Q जे कहना R दा रिजॉल्व पार्ट की गल कर रहा जिथे दो परपेंडिकुलर डायरैक्शन चाहिए सी मैं दो परपेंडिकुलर डायरैक्शन ऑलरेडी चूज करनी किहड़ियां O X एंड O Y पहले ही चूज कर लिया अलॉन्ग डायरैक्शन ऑफ Q कहना रिजॉल्व पार्ट Q की डायरैक्शन च ਇਹਦਾ मतलब Q ਨੂੰ ਜਾਂ ਤੁਸੀਂ y ਐਕਸਿਸ ਦੇ ਲੌਂਗ ਰੱਖ ਲਓ ਜਾਂ ਫਿਰ x ਐਕਸਿਸ ਦੇ ਲੌਂਗ ਰੱਖ ਲਓ ਤਾਂ ਹੀ ਉਹਦੇ ਲੌਂਗ ਰਿਜ਼ੋਲਵ ਪਾਰਟ ਫਾਈਂਡ ਕਰੋਗੇ ਜੇ ਪਰਪੈਂਡੀਕੂਲਰ ਡਾਇਰੈਕਸ਼ਨਸ ਪਤਾ ਹੋਣਗੀਆਂ ਇਸੇ ਕਰਕੇ ਆਪਾਂ Q ਨੂੰ ਕਿਹਦੇ ਲੌਂਗ ਚੂਜ਼ ਕਰ ਲਿਆ x ਐਕਸਿਸ ਦੇ ਲੌਂਗ ਚੂਜ਼ ਕਰ ਲਿਆ ਫਿਰ ਆਪਣੇ ਕੋਲੇ R ਦਾ ਰਿਜ਼ੋਲਵ ਪਾਰਟ ਕਿੰਨਾ ਹੁੰਦਾ ਲੌਂਗ x ਐਕਸਿਸ ਰਿਜ਼ੋਲਵ ਪਾਰਟ ਆਫ Q ਸਹੀ ਰਿਜ਼ੋਲਵ ਪਾਰਟ ਆਫ R ਕਿਹਦੇ ਇਕੁਅਲ ਹੋਣਾ R cos θ ਕਿਹਦੇ ਇਕੁਅਲ ਹੁੰਦਾ ਆਪਾਂ ਹੁਣੇ ਕਰ ਚੁੱਕੇ ਆ ਕਿ ਜਿਹੜਾ ਰਿਜ਼ਲਟੈਂਟ ਦਾ ਰਿਜ਼ੋਲਵ ਪਾਰਟ ਆ ਉਹ ਕਿਹਦੇ ਇਕੁਅਲ ਹੋਣਾ ਵਾ ਅਲਜਬਰਿਕ ਸਮ ਆਫ ਰਿਜ਼ੋਲਵ ਪਾਰਟ ਆਫ ਫੋਰਸਸ Q ਨੇ ਕਿੰਨਾ ਐਂਗਲ ਮੇਕ ਕੀਤਾ x ਐਕਸਿਸ ਨਾਲ 0 cos 0 ਕਿੰਨਾ ਹੁੰਦਾ 1
प्लस P ने कितना एंगल मेक कर रहा एक्स एक्सिस नाल अल्फा मींस अपने को r cos थीटा कितना आ गया Q प्लस P cos अल्फा बन गया ठीक है cos ने Q ने कितना एंगल मेक किया है 0 हरेक उन्हें थ्योरम की थी कि रिजॉल्व पार्ट ऑफ रिजल्टेंट की अलजेब्रिक पार्ट अलजेब्रिक सम ऑफ रिजॉल्व पार्ट ऑफ फोर्सेस मींस हर एक फोर्स से अपन एक्स एक्सिस नाल एंगल पता होना चाहिए ना Q ਦਾ ਕਿੰਨਾ ਸੀ 0 P ਨੇ ਕਿੰਨਾ एंगल मेक ਕੀਤਾ ਸੀ अल्फा अकॉर्डिंग टू क्वेश्चन r cos थीटा अपन किदे इक्वल दिता P ਦੇ इक्वल दिता along the direction of Q is of magnitude P ये रिजॉल्व पार्ट आ Q ਦੀ डायरेक्शन जो किदे इक्वल है P ਦੇ इक्वल है ਇਹਦਾ मतलब ਕੀ ਆ ਗਿਆ P is equal to Q plus P cos alpha P is equal to P Q cos alpha Q ਦੀ ਵੈਲਿਊ ਆ ਗਈ ਕਿੰਨੀ ਵੈਲਿਊ ਆ ਗਈ Q ਦੀ P1 minus cos alpha ਇਹਦੇ ਇਕੁਅਲ ਹੁੰਦਾ ਹੈ 2 sin square alpha by 2 ਦੇ 2 sin square alpha by 2 ਤਾਂ ਇੱਥੋਂ ਆਪਣੇ ਕੋਲੇ ਅਲਫਾ ਦੀ ਵੈਲਿਊ ਆ ਜਾਏਗੀ 2 sin square alpha by 2 ਆ ਗਿਆ ਇਹਨੂੰ ਸੋਲਵ ਕਰ ਲਓ ਇੱਥੋਂ ਅਲਫਾ ਫਾਈਂਡ ਕਰ ਦਿਓ ਅਲਫਾ ਕਿੰਨਾ ਆ ਜਾਏਗਾ 2 sin inverse under root Q upon 2p आ जाएगा ना इतो आप अल्फा फाइंड करता अल्फा कितना आ गया ये आप फाइंड करना सी अल्फा इन्ना हो आल्सो फाइंड द मैग्नीट्यूड ऑफ r दा कहना मैग्नीट्यूड भी फाइंड करो r दा मैग्नीट्यूड कितना होएगा r दा रिजल्टेंट है p q दा r अपने को किदे इक्वल हो जाएगा अंडर रूट 2pq cos अल्फा cos अल्फा जी cos अल्फा की वैल्यू पुट करिए कितनी आ जाएगी p माइनस q अपॉन p आ देखो इथों जे cos अल्फा की आप वैल्यू फाइंड कर लिए कितनी आ जाएगी p माइनस q अपॉन p आ जाएगी तो इन सॉल्व कर लो r की दे इक्वल आ जाएगा अंडर रूट p स्क्वायर माइनस q स्क्वायर प्लस 2p अपने को की आ गया रिजल्टेंट दा मैग्नीट्यूड आ गया ये अपने को की आ गया रिजल्टेंट दा मैग्नीट्यूड आ गया बहुत ही बढ़िया क्वेश्चन सी ये क्वेश्चन ध्यान नाल करने वाला एक एक्सरसाइज चो जो कह की रहा कि आप सॉल्व किवें करना वा ठीक है अपन की कह रहा तो आप सॉल्व किवें करना वा एक इहदे नाल दा ही होर क्वेश्चन देखो 14 टू फोर्सेस आ कहंदा P एंड Q एक्टिंग ऑन ए पार्टिकल आर इनकलाइंड एट एन एंगल थीटा दो फोर्सेस दे पी क्यू आर किन्ने एंगल ते आ थीटा ते इफ सम ऑफ देयर रिजॉल्व पार्ट अलोंग ए सर्टन डायरेक्शन भी एक्स एंड उन्होंने रिजॉल्व पार्ट अलोंग ए सर्टन डायरेक्शन कितना एक्स आ एंड अलोंग परपेंडिकुलर डायरेक्शन कितना वाई फाइंड थीटा की कह रहा पी ते क्यू दो फोर्सेस ने एक अपने को पी फोर्स आ एक अपने को फोर्स आ क्यू फोर्स आ उन्होंने च एंगल कितना वा थीटा वा पी एंड क्यू भी टू फोर्सेस एक्टिंग ऑन ए पार्टिकल आर इनकलाइंड एट एन एंगल थीटा पी ते क्यू च कितना एंगल आ थीटा एंगल आ कहता इफ द रिजॉल्व पार्ट की गल कर रहा तो दो परपेंडिकुलर डायरेक्शन चाहिए सब तो पहला ना सपोज कर लो ओ एक्स एंड ओ वाई भी लेट ओ एक्स एंड ओ वाई भी टू परपेंडिकुलर डायरेक्शन सपोज कर लो ओ एक्स ते ओ वाई की अपने को दो परपेंडिकुलर डायरेक्शंस ने की कहता रिजॉल्व पार्ट अलोंग ए सर्टन डायरेक्शन भी एक्स एक डायरेक्शन के अलोंग कहता रिजॉल्व पार्ट कितना उन्हों का सम ऑफ रिजॉल्व पार्ट कितना एक्स आ दूसरे अलोंग कितना वा वाई आ सपोज कर लो ओ एक्स के अलोंग का रिजॉल्व पार्ट कितना वा एक्स आ दूसरे के अलोंग कितना वाई आ जे रिजॉल्व पार्ट फाइंड करने आपां नूं हरेक फोर्स का एंगल पता होना चाहिए ना पहले डायरेक्शन नाल जी डायरेक्शन के लॉन्ग आप फाइंड करने रिजॉल्व पार्ट पता करने इतने सिर्फ आपको पी ते क्यू च एंगल पता वा जे आप सपोज करिए लेट सपोज पी मेक्स एन एंगल अल्फा विद द ओ एक्स सपोज कर लो पी कितना एंगल मेक कर रही है अल्फा एंगल मेक कर रही है देन एक्स एक्सिस दे लॉन्ग रिजॉल्व पार्ट कितना एक्स किदे इक्वल आ जाएगा पी कॉस अल्फा प्लस क्यू कॉस अल्फा प्लस थीटा जी डायरेक्शन के लॉन्ग आप रिजॉल्व पार्ट फाइंड करने उस डायरेक्शन नाल
ਜਿਹੜੀ ਫੋਰਸਸ ਦੇ ਆਪਾਂ ਰਿਜ਼ੋਲਵ ਪਾਰਟ ਫਾਈਂਡ ਕਰਨੇ ਆ ਉਹਦੇ ਐਂਗਲ ਪਤਾ ਹੋਣੇ ਚਾਹੀਦੇ ਆ ਪੀ ਦਾ ਐਂਗਲ ਪਤਾ ਨਹੀਂ ਸੀ ਆਪਾਂ ਜੇ ਐਕਸ ਐਕਸਿਸ ਦੇ ਰਿਜ਼ੋਲਵ ਪਾਰਟ ਫਾਈਂਡ ਕਰਨੇ ਆ ਗਿਵਨ ਆ ਅਲੋਂਗ ਆ ਗਿਵਨ ਡਾਇਰੈਕਸ਼ਨ ਇੱਕ ਦੇ ਅਲੋਂਗ ਐਕਸ ਆ ਇੱਕ ਦੇ ਅਲੋਂਗ ਵਾਈ ਆ ਆਪਾਂ ਇਹਦੇ ਅਲੋਂਗ ਐਕਸ ਸਪੋਜ਼ ਕਰ ਲੈਂਦੇ ਆ ਉਹਦੇ ਪਰਪੈਂਡੀਕੂਲਰ ਦੇ ਅਲੋਂਗ ਵਾਈ ਜੇ ਤੁਸੀਂ ਡਾਇਰੈਕਸ਼ਨ ਦਾ ਨਾਮ ਚੇਂਜ ਕਰਨਾ ਡਾਇਰੈਕਸ਼ਨ ਨੂੰ ਇੱਕ ਨੂੰ OA ਕਹਿ ਲਓ ਦੂਸਰੀ ਨੂੰ ਵੀ ਕਹਿ ਲਓ OB ਕਿ ਲੈਟ OA ਐਂਡ OB ਕੀ ਆ ਦੋ ਪਰਪੈਂਡੀਕੂਲਰ ਡਾਇਰੈਕਸ਼ਨ ਆ ਅਲੋਂਗ OA ਕਿੰਨਾ ਆਪਣੇ ਕੋਲੇ ਰਿਜ਼ੋਲਵ ਪਾਰਟ ਦਾ ਸਮ ਕਿਹਦੇ ਇਕੁਅਲ ਆ x ਦੇ ਇਕੁਅਲ ਅਲੋਂਗ y OB ਕਿੰਨਾ ਵਾ y ਆ ਜਦੋਂ ਰਿਜ਼ੋਲਵ ਪਾਰਟ ਫਾਈਂਡ ਕਰਨੇ ਆ ਹਰੇਕ ਫੋਰਸ ਦੇ ਗਿਵਨ ਡਾਇਰੈਕਸ਼ਨ ਨਾਲ ਕੀ ਪਤਾ ਹੋਣੀ ਚਾਹੀਦੀ ਐਂਗਲ ਪਤਾ ਹੋਣੀ ਚਾਹੀਦੀ ਆ P ਤੇ ਕਿਉਂ ਐਂਗਲ ਪਤਾ ਸੀ ਬਟ ਇਹਦੇ OA ਨਾਲ ਐਂਗਲ ਨਹੀਂ ਪਤਾ ਸੀ ਆਪਾਂ ਅਲਫਾ ਸਪੋਜ਼ ਕਰ ਲਿਆ P ਦਾ ਐਂਗਲ ਪਤਾ ਲੱਗ ਗਿਆ P ਦਾ ਰਿਜ਼ੋਲਵ ਪਾਰਟ ਕਿੰਨਾ ਆਣਾ ਅਲੋਂਗ P cos alpha ਕਿਉਂ ਦਾ ਐਂਗਲ ਕਿੰਨਾ ਬਣ ਗਿਆ alpha plus theta cos alpha plus theta ਦੋਨਾਂ ਦਾ ਸਮ ਫਾਈਂਡ ਕੀਤਾ ਗਿਵਨ ਆ ਕਿਹਦੇ ਇਕੁਅਲ ਆ x ਦੇ ਇਕੁਅਲ ਗਿਵਨ ਆ ਸਿਮਿਲਰਲੀ ਲੌਂਗ ਪਰਪੈਂਡੀਕੂਲਰ ਡਾਇਰੈਕਸ਼ਨ ਉਹ ਜਸਟ ਕੀ ਹੁੰਦਾ cos ਨੂੰ sin ਚ ਚੇਂਜ ਕਰ ਦੇਣਾ ਹੁੰਦਾ ਨਾ ਆਪਾਂ ਇਹਨਾਂ ਨੂੰ ਸੋਲਵ ਕਰਕੇ ਕਹਿੰਦਾ ਥੀਟਾ ਫਾਈਂਡ ਕਰੋ ਇਹਨਾਂ ਨੂੰ ਸੋਲਵ ਕਰਨਾ ਆਪਾਂ ਥੀਟਾ ਫਾਈਂਡ ਕਰਨਾ ਇੱਕ ਨੰਬਰ 1 ਦੇ ਲਓ ਇੱਕ ਨੂੰ ਨੰਬਰ 2 ਦੇ ਦਿਓ ਜਿਹਦੇ ਅਕੋਰਡਿੰਗ ਆਪਾਂ ਨੂੰ ਕਿਹਾ ਹੋਇਆ x² + y² ਆਉਣਾ ਚਾਹੀਦਾ ਥੀਟਾ ਦੀ ਵੈਲਿਊ ਚ ਤਾਂ ਆਪਾਂ ਕੀ ਕਰਦੇ ਹਾਂ ਸਕੁਏਅਰਿੰਗ ਐਂਡ ਐਡਿੰਗ 1 and 2 1 ਤੇ 2 ਨੂੰ ਸਕੁਏਅਰ ਤੇ ਐਡ ਕਰਦੇ ਹਾਂ ਆਪਾਂ ਕੀ ਆ ਗਿਆ x² + y² p² cos² ਅਲਫਾ ਆਉਣਾ p² sin² ਅਲਫਾ ਆਉਣਾ ਐਡ ਕੀਤਾ ਕੀ ਬਣ ਗਿਆ p² ਬਣ ਗਿਆ ਪਲੱਸ q² ਆਉਣਾ ਵਾ ਇੱਕ ਆਪਣੇ ਕੋਲੇ q² ਬਣ ਗਿਆ प्लस होर की बन जूगा एक बन जूगा 2pq cos alpha plus theta एक बन जूगा 2pq sin alpha plus theta आप p² ऐड करते सी मैं स्क्वेयरिंग एंड एडिंग करके ना जो ਇਹਦਾ ਸਕੁਏਅਰ ਆਇਆ p² ਬਣ ਜਾਣਾ ਇਹਨਾਂ ਦੇ ਸਕੁਏਅਰ ਐਡ ਕੀਤੇ q² ਬਣ ਜਾਣਾ ਚਲੋ ਇੱਥੇ ਆ ਕਾਮਨ ਆ ਗਿਆ 2pq cos A cos B plus sin A sin B ਤਾਂ ਇੱਥੇ ਫਾਰਮੂਲਾ ਬਣ ਜਾਏਗਾ ਆਪਣੇ ਕੋਲੇ cos ਦਾ ਕਿਹੜਾ ਫਾਰਮੂਲਾ ਬਣ ਜਾਏਗਾ cos A minus B ਦਾ ਇੱਥੇ ਆਪਣੇ ਕੋਲੇ ਦੁਬਾਰਾ ਫਾਰਮੂਲਾ ਬਣ ਜਾਏਗਾ ਕਿਹਦਾ cos A minus B ਦਾ p² plus q² plus 2 ਕਾਮਨ ਆਇਆ cos ਫਾਰਮੂਲਾ ਬਣ ਗਿਆ ਸੀ ਕਿਹਦਾ ਆਹ cos A cos B ਸੀ plus sin A sin B cos A minus B ਦਾ ਫਾਰਮੂਲਾ ਬਣ ਗਿਆ ਇੱਥੋਂ ਆਪਣੇ ਕੋਲੇ cos θ ਫਾਈਂਡ ਹੋ ਗਿਆ ਅਲਫਾ ਦਾ ਕੈਂਸਲ ਹੋ ਗਿਆ cos θ ਫਾਈਂਡ ਹੋ ਗਿਆ ਇੱਥੋਂ ਕਿਹਦੀ ਵੈਲਿਊ ਫਾਈਂਡ ਕਰਦੇ ਹੋ θ ਦੀ ਵੈਲਿਊ cos ਇਨਵਰਸ ਕੀ ਬਣ ਜੇਗੀ x² + y² minus p² minus q² over 2pq ਇਹ ਆਪਣੇ ਕੋਲ ਕਿਹਦੀ ਵੈਲਿਊ ਬਣ ਜੇਗੀ θ ਦੀ ਵੈਲਿਊ ਬਣ ਜੇਗੀ ਇਹ ਸੀ ਆਪਣੇ ਕੋਲੇ ਅੱਜ ਆਪਾਂ ਕੰਪੋਨੈਂਟਸ ਫਾਈਂਡ ਕੀਤੇ ਆ ਰਿਜ਼ੋਲਵ ਪਾਰਟ ਫਾਈਂਡ ਕੀਤੇ ਆ नेक्स्ट आप नेक्स्ट चैप्टर स्टार्ट करेंगे इक्विलिब्रियम ऑफ फोर्सेस एक्टिंग एट ए पॉइंट इक्विलिब्रियम ऑफ ए फोर्सेस एक्टिंग एट ए पॉइंट